ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਸਮਾਜਿਕ ਤੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਂਦੀ ਹੈ। ਦੇਖਿਆ ਜਾਂਦਾ ਹੈ ਕਿ ਆਖਿਰ ਕੀ ਕੁਝ ਪੂਰਾ ਦਿਨ ਐਨਾਲਿਸਿਸ ਉਸਦਾ ਰਿਹਾ, ਕੀ ਸਮਾਜਿਕ ਬਿਆਨਬਾਜ਼ੀ ਆਈ ਤੇ ਕੀ ਜਿਹੜੀ ਰਾਜਨੀਤਿਕ ਬਿਆਨਬਾਜ਼ੀ ਸਾਹਮਣੇ ਆਈ। ਤੇ ਹੁਣ ਅੱਜ ਦੇ ਮੁੱਦੇ ਦੀ ਗੱਲ ਕਰਦੇ। ਅੱਜ ਦਾ ਮੁੱਦਾ ਹੈਗਾ ਐਸਜੀਪੀਸੀ ਵਰਸਸ ਐਸਪੀਜੀਸੀ। ਤੇ ਇਹ ਕਿਉਂ ਮੁੱਦਾ ਬਣਿਆ? ਦਰਅਸਲ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਦਿੱਤਾ ਜਾਂਦਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੇਵਰ ਦੇ ਵਿੱਚ, ਜਿਸ ਵਿੱਚ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹਰਿਆਣਾ ਦੇ ਵਿੱਚ ਇੱਕ ਵੱਖਰੀ ਜਿਹੜੀ ਕਮੇਟੀ ਬਣਨੀ ਚਾਹੀਦੀ ਹੈ ਗੁਰਦੁਆਰਿਆਂ ਦੇ ਲਈ। ਹੁਣ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਪੰਜਾਬ ਦੇ ਵਿੱਚ ਵੀ ਗਰਮ ਹੋ ਗਈ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਇਹ ਫੈਸਲਾ ਸਹੀ ਨਹੀਂ ਹੈ, ਕਿਉਂਕਿ ਇਸ ਦੇ ਨਾਲ ਜਿਹੜਾ ਹੈ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ। ਤੇ ਇਸ ਤੋਂ ਇਲਾਵਾ ਐਸਜੀਪੀਸੀ ਨੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਰੱਦ ਕੀਤਾ। ਅੱਜ ਉਹਨਾਂ ਨੇ ਇੱਕ ਮੀਟਿੰਗ ਕੀਤੀ। ਉਸ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ 30 ਸਤੰਬਰ ਨੂੰ ਇੱਕ ਇਜਲਾਸ ਬੁਲਾਇਆ ਜਾਏਗਾ, ਉਸ ਵਿੱਚ ਇਹ ਫੈਸਲਾ ਲਿੱਤਾ ਜਾਏਗਾ ਕਿ ਅੱਗੇ ਕੀ ਕੁਝ ਕਰਨਾ ਹੈ। ਹਾਲਾਂਕਿ ਜਿਸ ਦਿਨ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ ਤਾਂ ਐਸਜੀਪੀਸੀ ਇਹ ਕਹਿੰਦੇ ਹੈ ਕਿ ਅਸੀਂ ਹੁਣ ਰਿਵਿਊ ਪਟੀਸ਼ਨ ਦਾਖਲ ਕਰਾਂਗੇ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਅਸੀਂ ਇਸ ਮਾਮਲੇ ਵਿੱਚ ਅੱਗੇ ਪਰਸਿਊ ਕਰਾਂਗੇ। ਯਾਨੀ ਕਿ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਨਹੀਂ ਮੰਨਦੇ। ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਹੈ ਉਹ ਗਲਤ ਹੈ, ਕਿਉਂਕਿ ਹਮੇਸ਼ਾ ਤੋਂ ਹੀ ਜਿਹੜੀ ਸਮੇਂ ਦੀ ਸਰਕਾਰ ਹੈ ਉਹ ਸਿੱਖਾਂ ਨੂੰ ਜਿਹੜਾ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੋ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਜਿਹੜੀ ਹੈ ਸਰਕਾਰਾਂ ਕਰ ਰਹੀਆਂ ਨੇ, ਲੇਕਿਨ ਅਸੀਂ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਨੇ ਇੱਥੇ ਤੱਕ ਕਿਹਾ ਕਿ ਇਹ ਹਮਲਾ ਆਪਰੇਸ਼ਨ ਬਲੂ ਸਟਾਰ ਜਿਹਾ ਸਿੱਖਾਂ ਤੇ ਵੱਡਾ ਹਮਲਾ ਕੀਤਾ ਗਿਆ ਹੈ। ਵੱਡੀ ਸਟੇਟਮੈਂਟ ਅੱਜ ਜਿਹੜੀ ਹੈ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸਾਹਮਣੇ ਆਈ ਹੈ। ਸਭ ਤੋਂ ਪਹਿਲਾਂ ਇਹ ਰਿਪੋਰਟ ਦੇਖਦੇ ਆ ਕਿ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕੀ ਕਹਿਣਾ ਸੀਗਾ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦਾ ਕੀ ਕਹਿਣਾ ਸੀ। ਤੇ ਇਸ ਤੋਂ ਇਲਾਵਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਰਜਿੰਦਰ ਸਿੰਘ ਧਾਮੀ ਵੱਲੋਂ, ਉਹਨਾਂ ਦਾ ਕੀ ਕਹਿਣਾ ਸੀਗਾ। ਉਸ ਤੋਂ ਬਾਅਦ ਅੱਗੇ ਸਾਡੇ ਨਾਲ ਪੈਨਲਿਸਟ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਿਲਕੁਲ ਸਹੀ ਬਣਿਆ ਤੇ ਇਹਦਾ ਹਰਿਆਣਾ ਕਮੇਟੀ ਦਾ ਸਹੀ ਗਠਨ ਜਿਹੜਾ ਉਹ ਹੋਇਆ ਵਾ। ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹਰਿਆਣਾ ਕਮੇਟੀ ਦੇ ਹੱਕ 'ਚ ਹਰਿਆਣੇ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਆ, ਪੂਰੇ ਸੰਸਾਰ ਵਿੱਚ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ ਕਿ ਹਰਿਆਣੇ ਦੀਆਂ ਸੰਗਤਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਕਰਨ ਨੂੰ ਖੁਦ ਪ੍ਰਾਪਤ ਹੋਈ ਹੈ। ਤੇ ਮੈਂ ਸਮੁੱਚੀਆਂ ਹਰਿਆਣਾ ਦੀਆਂ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਸਾਡਾ ਸਹਿਯੋਗ ਕੀਤਾ, ਉਹਨਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ ਦਿੰਦਾ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਨਿਤ ਅਰਦਾਸਾਂ ਸੀ ਗੁਰੂ ਸਾਹਿਬ ਦੇ ਚਰਨਾਂ 'ਚ, ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ ਨੇ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੀ ਰਿਟ ਸੀ ਉਹਨੂੰ ਖਾਰਜ ਕਰਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਾ। ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਸਮੂਹ ਸਿੱਖ ਸੰਗਤਾਂ ਦਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਲੜਾਈ ਲੜੀ। ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਪੇਸ਼ ਕੀਤਾ। ਸ੍ਰੀ ਰਣਜੀਤ ਕੁਮਾਰ ਜੀ ਔਰ ਐਡਵੋਕੇਟ ਔਨ ਰਿਕਾਰਡ ਸਾਡੇ ਸ੍ਰੀ ਸਿਧਾਰਥ ਬੱਤਰਾ ਜੀ। ਹਰਿਆਣਾ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਜੀ ਔਰ ਸ੍ਰੀ ਸ਼ਿਆਮ ਦੀਵਾਨ ਜੀ ਜਿਹੜੇ ਪੇਸ਼ ਹੁੰਦੇ ਰਹੇ ਆ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਵੀ, ਕੇਂਦਰ ਸਰਕਾਰ ਦੇ ਵੀ ਐਡਵੋਕੇਟ ਉੱਥੇ ਪੇਸ਼ ਹੋਏ ਆ। ਸਾਡਾ ਪੱਖ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਉੱਥੇ ਪੇਸ਼ ਹੋਇਆ ਤੇ ਮੈਂ ਮਾਣਯੋਗ ਸਾਰੇ ਹੀ ਵਕੀਲ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਸਾਡੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਜੀ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਚੰਗੇ ਵਕੀਲਾਂ ਦੀ ਟੀਮ ਸਾਨੂੰ ਸੁਪਰੀਮ ਕੋਰਟ 'ਚ ਫਾਈਟ ਕਰਨ ਵਾਸਤੇ ਦਿੱਤੀ। ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਹੋਮ ਮਿਨਿਸਟਰ ਸਾਹਿਬ ਸ੍ਰੀ ਅਮਿਤ ਸ਼ਾਹ ਜੀ ਦਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ, ਕੇਂਦਰ ਦੀ ਸਰਕਾਰ ਦਾ, ਹਰਿਆਣਾ ਸਰਕਾਰ ਦਾ, ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ। ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਸਾਡੇ ਹਰਿਆਣਾ ਕਮੇਟੀ ਦੇ ਹੱਕ ਵਿੱਚ ਲਿਖਤੀ ਜਿਹੜਾ ਕਮੈਂਟ ਆ ਸੁਪਰੀਮ ਕੋਰਟ ਨੂੰ ਦਿੱਤੇ ਉਹਨਾਂ ਦੇ ਵਕੀਲ ਸਾਹਿਬਾਨਾਂ ਦੇ ਵੱਲੋਂ। ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ। ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਰਾਤ ਮੁਲਾਕਾਤ ਕਰਕੇ ਸੀਐਮ ਨਿਵਾਸ ਤੇ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਆਏ ਆ ਕਿ ਉਹਨਾਂ ਨੇ ਸਹਿਯੋਗ ਕੀਤਾ ਤੇ ਉਹਨਾਂ ਦਾ ਧੰਨਵਾਦ ਕਰਕੇ ਆਏ ਆ। ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਹੈ, ਵਧਾਈ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣਾ ਵਿਚਲੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਸਕੂਲ, ਕਾਲਜ
ਜਾਂ ਮੈਡੀਕਲ ਕਾਲਜ ਜਾਂ ਕੋਈ ਟਰਸਟ ਜਾਂ ਬੋਰਡ ਜੋ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸੀ ਉਹ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਗਏ ਆ, ਕਿਉਂਕਿ ਲੰਬੀ ਲੜਾਈ ਲੜੀ ਗਈ 8 ਸਾਲ ਲਗਾਤਾਰ ਇਹ ਜਿਹੜੀ ਲੜਾਈ ਲੜੀ ਗਈ ਹੈ ਕੋਰਟ ਦੇ ਅੰਦਰ, ਔਰ ਇਹਦੇ ਵਿੱਚ ਜਿਹੜਾ ਹਰਿਆਣਾ ਦੀਆਂ ਸੰਗਤਾਂ ਨੂੰ ਜਿਹੜਾ ਹੈਗਾ ਉਹ ਫੈਸਲਾ ਇਹਨਾਂ ਦੇ ਹੱਕ ਵਿੱਚ ਮਿਲਿਆ ਵਾ। ਮੈਂ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਦਾ ਅਤੇ ਅਪੀਲ ਕਰਦਾ ਹੁਣ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਕਿ ਉਹ ਵੱਡਾ ਦਿਲ ਦਿਖਾ ਕੇ ਹੁਣ ਆਪ ਖੁਦ ਆ ਕੇ ਸਗੋਂ ਹਰਿਆਣਾ ਦੇ ਵਿੱਚ ਉਹ ਹਰਿਆਣਾ ਦੇ ਸਮੁੱਚੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਰਿਆਣਾ ਕਮੇਟੀ ਦੇ ਹਵਾਲੇ ਕਰਕੇ ਜਾਣ ਤੇ ਅਸੀਂ ਉਹਨਾਂ ਦਾ ਸਨਮਾਨ ਕਰੀਏ। ਅਸੀਂ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਚਾਹੁੰਦੇ, ਕੋਈ ਲੜਾਈ ਨਹੀਂ ਚਾਹੁੰਦੇ, ਕਿਸੇ ਤਰ੍ਹਾਂ ਦੀ ਜਿੱਦਾਂ ਅਫਵਾਹਾਂ ਨੇ ਕੋਈ ਕਬਜ਼ਿਆਂ ਦੀ ਭਾਵਨਾ ਇਹੋ ਜਿਹੀ ਬਿਲਕੁਲ ਨਹੀਂ ਆ। ਅਸੀਂ ਸੇਵਾ ਸੰਭਾਲ ਵਾਸਤੇ ਲੜਾਈ ਲੜੀ ਆ ਤੇ ਸੇਵਾ ਸੰਭਾਲ ਕਰਾਂਗੇ। ਸਗੋਂ ਬਾਦਲਾਂ ਦਾ ਕਬਜ਼ਾ ਅਸੀਂ ਤੜਾਇਆ ਵਾ। ਮੈਨੂੰ ਕੱਲ ਦੇ ਇਹੀ ਫੋਨ ਆ ਰਹੇ ਹਰਿਆਣਾ ਦੇ ਵਿੱਚੋਂ ਕਿ ਦਾਦੂਵਾਲ ਸਾਹਿਬ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਾਡੇ ਹਰਿਆਣੇ ਦੇ ਸਿੱਖਾਂ ਨੂੰ ਬਾਦਲਾਂ ਤੋਂ ਆਜ਼ਾਦ ਕਰਾ ਦਿੱਤਾ, ਉਹਨਾਂ ਦੀ ਗੁਲਾਮੀ ਤੋਂ ਆਜ਼ਾਦ ਕਰਾ ਦਿੱਤਾ। ਆਉਂਦੇ ਸੀ ਹਰਿਆਣਾ 'ਚ ਕਦੇ ਕਿਸ ਪਾਰਟੀ ਨੂੰ ਵੇਚ ਕੇ ਚਲੇ ਜਾਂਦੇ, ਕਦੇ ਕਿਸ ਪਾਰਟੀ ਨੂੰ ਸੌਦਾ ਕਰਕੇ ਚਲੇ ਜਾਂਦੇ ਸੀ। ਗੁਰਦੁਆਰਿਆਂ ਦੇ ਪ੍ਰਬੰਧ ਦਾ ਵੀ ਕੋਈ ਸੁਚੱਜਾ, ਦੇਖੋ ਸਾਡਾ ਹੈੱਡ ਆਫਿਸ ਹੈ ਗੁਰਦੁਆਰਾ ਸਾਹਿਬ, ਇਹ ਜਿਹੜਾ ਇਹਦਾ ਵੱਡਾ ਬਜਟ 150-200 ਕਰੋੜ ਦਾ ਬਜਟ ਆ ਤੇ ਇੱਥੇ ਚੰਗੀ ਤਰ੍ਹਾਂ ਬੈਠਣ ਲਈ ਪ੍ਰੈਸ ਕਾਨਫਰੰਸ ਕਰਨ ਵਾਸਤੇ ਦਫ਼ਤਰ ਵੀ ਨਹੀਂ ਹੈਗਾ। ਤੁਸੀਂ ਦੇਖ ਰਹੇ ਇਦਾਂ ਦਾ ਪ੍ਰਬੰਧ, ਇਹ ਤਾਂ ਅਜੇ ਸਿੱਧਾ ਪ੍ਰਬੰਧ ਵਿੱਚ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ 8 ਗੁਰਦੁਆਰੇ ਸਿੱਧੇ ਪ੍ਰਬੰਧ ਵਿੱਚ, ਬਾਕੀ ਜਿਹੜੇ ਗੁਰਦੁਆਰੇ ਆ ਉਹ ਤਾਂ ਜਿਹੜੇ ਲੋਕਲ ਕਮੇਟੀਆਂ ਬਣੀਆਂ ਕਿਸ ਤਰ੍ਹਾਂ ਦੇ ਪ੍ਰਬੰਧ, ਬਹੁਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਬਸ ਇੱਥੋਂ 4 ਤਰ੍ਹਾਂ ਦਾ ਦਸਵੰਧ ਲਿਜਾ ਕੇ ਉਹਨਾਂ ਨੇ, ਮੈਂ ਸਮਝਦਾ ਕਿ ਇਹ ਜਿਹੜਾ ਹੈਗਾ ਉਹਨਾਂ ਨੇ ਜੋ ਕੁਝ ਕੀਤਾ, ਹੁਣ ਅਸੀਂ ਪਿਛਲੇ ਤੇ ਘਟਾ ਪਾਉਣਾ ਚਾਹੁੰਦੇ ਹਾਂ। ਅਸੀਂ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਹੁਣ ਹਰਿਆਣੇ ਦੀਆਂ ਸੰਗਤਾਂ ਨੂੰ ਆਪ ਸੇਵਾ ਸੰਭਾਲ, ਆਪਣੇ ਇੱਥੇ ਗੁਰਧਾਮਾਂ ਦੀ ਸੇਵਾ ਸੰਭਾਲ, ਧਰਮ ਪ੍ਰਚਾਰ ਪ੍ਰਸਾਰ ਕਰਨ ਦੇ। ਆ ਸਾਰੇ ਹਰਿਆਣਾ ਦੇ ਸਿੱਖ ਬੈਠੇ ਆ, ਮੌਜੂਦ ਆ ਮੇਰੇ ਨਾਲ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨ ਬੈਠੇ, ਸਕੱਤਰ ਸਾਹਿਬਾਨ ਬੈਠੇ ਆ, ਹਰਿਆਣਾ ਸ਼੍ਰੋਮਣੀ ਅਕਾਲੀ ਦਲ ਦੇ ਵੀ ਆਗੂ ਬੈਠੇ ਆ, ਸੰਗਤਾਂ ਬੈਠੀਆਂ, ਸੰਤ ਮਹਾਂਪੁਰਸ਼ ਬੈਠੇ ਆ। ਇਹ ਸਾਰੇ ਚਾਹੁੰਦੇ ਆ ਕਿ ਅਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖੁਦ ਕਰ ਸਕੀਏ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਸਾਡੇ ਹੱਕ ਦੇ ਵਿੱਚ। SGPC ਕੋਈ ਆਰਡੀਨਰੀ ਕਮੇਟੀ ਨਹੀਂ, ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੀ ਬਣੀ ਕਮੇਟੀ ਹੈ। ਜਦੋਂ ਮਸੰਦ ਗੁਰੂ ਘਰਾਂ ਅੰਦਰ ਗਲਤ ਕੰਮ ਕਰਦੇ ਸੀ ਉਦੋਂ ਸਿੱਖ ਪੰਥ ਇਕੱਠਾ ਹੋਇਆ, ਉਹਨਾਂ ਨੇ ਫੈਸਲਾ ਕਰਕੇ ਮੋਰਚੇ ਲਾ ਕੇ ਸੰਘਰਸ਼ ਕਰਕੇ ਸ਼ਹਾਦਤਾਂ ਦੇ ਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਤੇ 1925 ਦਾ ਐਕਟ ਬਣਾਇਆ ਗਿਆ। ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਇਸ ਗੁਰੂ ਘਰ ਦੇ ਐਕਟ ਨੂੰ ਖਤਮ ਕਰਨ ਦੀ, ਪਰ ਖਾਲਸਾ ਪੰਥ ਨੇ ਉਹਨਾਂ ਨਾਲ ਟਾਕਰਾ ਕਰਕੇ ਹਰ ਕੁਰਬਾਨੀ ਦੇ ਕੇ ਅੰਗਰੇਜ਼ ਨੂੰ ਵੀ ਮਜਬੂਰ ਹੋਣਾ ਪਿਆ ਤੇ ਉਹਨਾਂ ਨੂੰ ਚਾਬੀਆਂ ਆਪ ਆ ਕੇ ਮੋੜਨੀਆਂ ਪਈਆਂ। ਐਂਡ ਉਦੋਂ ਮਹਾਤਮਾ ਗਾਂਧੀ ਜੀ ਨੇ ਪੂਰੇ ਚਿੱਠੀ ਲਿਖੀ ਤੇ ਕਿਹਾ ਕਿ ਦੇਸ਼ ਦੀ ਪਹਿਲੀ ਆਜ਼ਾਦੀ ਦੀ ਜੰਗ ਅੱਜ ਖਾਲਸਾ ਪੰਥ ਨੇ ਜਿੱਤ ਲਈ ਹੈ। ਸਿੱਖ ਪੰਥ ਇਕੱਲਾ ਕੌਮ ਹੈ ਜਿਹੜਾ ਆਪਣੇ ਇਲੈਕਟਿਡ ਰਿਪਰੈਜ਼ੈਂਟੇਟਿਵ ਰਾਹੀਂ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕਰਾਉਂਦਾ ਹੈ। ਖਾਲਸਾ ਪੰਥ ਕਿਸੇ ਹੋਰ ਧਰਮ ਦੇ ਖਿਲਾਫ ਨਹੀਂ ਹੈ, ਨਾ ਸਾਡੀ ਕੋਈ ਸੋਚ ਹੈ। ਆ ਜਿਹੜਾ ਐਕਟ ਬਣਿਆ ਸੀ ਆਪਣੇ ਗੁਰੂ ਘਰਾਂ ਨੂੰ ਸੰਭਾਲਣ ਵਾਸਤੇ ਬਣਿਆ ਸੀ। ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਆ ਲਗਾਤਾਰ ਐਕਟ ਚੱਲਦਾ ਰਿਹਾ। ਜਦੋਂ ਪੰਜਾਬ ਤੇ ਵੰਡਿਆ ਗਿਆ, ਹਰਿਆਣਾ ਬਣਿਆ, ਉਦੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਬਣਾਇਆ ਗਿਆ ਪਾਰਲੀਮੈਂਟ ਵਿੱਚ, ਜਿੱਥੇ ਪਾਰਲੀਮੈਂਟ ਥੱਲੇ ਆ ਸਾਰਾ ਕੁਝ ਲਿਆਂਦਾ ਗਿਆ ਕਿਉਂਕਿ 3 ਸੀਟਾਂ ਬਣੀਆਂ ਸੀ। ਆ ਇੱਕ ਪਾਰਲੀਮੈਂਟ ਐਕਟ ਸੀ ਤੇ ਮੈਨੂੰ ਬੜੀ ਹੈਰਾਨੀ ਹੈ ਕਿ ਇਹਨੂੰ ਤੋੜ ਦਿੱਤਾ ਗਿਆ। ਇੰਟਰਸਟੇਟ ਬਾਡੀ ਨੂੰ ਤੋੜ ਦਿੱਤਾ ਗਿਆ। ਲਗਾਤਾਰ ਕਾਂਗਰਸ ਦੀ ਚੱਲ ਰਹੀ ਆ, ਅਸੀਂ
ਕਈ ਸਾਲਾਂ ਤੋਂ ਮੈਂ ਵੀ ਕਹਿ ਰਿਹਾ, ਵੱਡੇ ਬਾਦਲ ਸਾਹਿਬ ਨੇ ਵੀ ਕਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਕਹਿ ਰਹੀ ਹੈ ਕਿ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਸਿੱਖ ਪੰਥ ਵਿੱਚ, ਸਿੱਖ ਪੰਥ ਨੂੰ ਤੋੜਨ ਦੀ, ਕਮਜ਼ੋਰ ਕਰਨ ਦੀ। ਲਗਾਤਾਰ ਹਮਲੇ ਹੋਏ, ਕਾਂਗਰਸ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ। ਤੁਸੀਂ ਦੇਖੋ ਕਿੰਨੇ ਲੋਕ ਆਪਣੇ ਸ਼ਹੀਦ ਕੀਤੇ ਗਏ, ਇਨਸਾਫ ਹਲੇ ਤੱਕ ਨਹੀਂ ਦਿੱਤਾ। ਆਹ ਤਾਂ ਸਭ ਤੋਂ ਵੱਡਾ ਹੀ ਧੱਕਾ ਹੈ। ਪੂਰੇ ਦੁਨੀਆ ਵਿੱਚ ਕਿਤੇ ਮਰਜ਼ੀ ਚਲੇ ਜਾਓ, ਫੈਸਲੇ ਸਹੀ ਦੇਣ ਜਿਹੜੇ ਇਸ ਮੁਲਕ ਦਾ, ਤਾਂ ਮੈਂ ਕਹਿ ਸਕਦਾ ਅਸੀਂ ਇੰਡੀਪੈਂਡੈਂਟ ਜੁਡੀਸ਼ਰੀ ਕਰਕੇ ਚੱਲੇ ਹਾਂ ਤੇ ਅੱਜ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਇਸ ਕਰਕੇ ਅਸੀਂ ਪੀੜਦੇ ਹਾਂ। ਇੱਕ ਜਣਾ ਕਰ ਲਓ ਗੱਲ। ਖੁਦ ਕਿਹਾ ਹੈ ਕਿ ਸੁਪਰੀਮ ਕੋਰਟ ਹੈ ਸਰਵੋੱਚ ਹੈ ਜੋ ਕਿ ਹੈਵੀ ਹੈ। ਇੱਕ ਪਾਸੇ ਤੁਸੀਂ ਉਹਨਾਂ ਦੇ ਧਾਰਮਿਕ ਪੱਖਪਾਤ ਹੋਣ ਦਾ ਜਿਹੜਾ ਹੈਗਾ ਉਹ ਇਲਜ਼ਾਮ ਲਗਾ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਇਹ ਕਿਤੇ ਕੋਰਟ ਆਫ ਕੰਟੈਂਪਟ ਹੋ ਜਾਵੇ? ਚਲੋ ਇਹ ਜੋ ਕੁਝ ਅੱਜ ਕੁਝ ਹੋ ਰਿਹਾ ਇੱਥੇ ਆ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਦਿੱਤਾ ਆ। ਇਹ ਕਾਨੂੰਨੀ ਪਚੀਦਾ ਜਿਹੜੀਆਂ ਗੱਲਾਂ ਆ, ਇਹ ਕਾਨੂੰਨ ਦੀਆਂ ਗੱਲਾਂ ਆ। ਸਾਹਿਬ ਤੁਸੀਂ ਖੱਟਰ ਸਾਹਿਬ ਤੋਂ ਟਾਈਮ ਮੰਗਿਆ, ਤੁਹਾਨੂੰ ਉਹਨਾਂ ਨੇ ਸਮਾਂ ਨਹੀਂ ਦਿੱਤਾ। ਬੀਜੇਪੀ ਉਹ ਲੁਕਵੇਂ ਏਜੰਡੇ ਦੇ ਤਹਿਤ ਹਮਲੇ ਕਰਦੀ ਰਹੀ। ਤੁਹਾਡੀ ਪਾਰਟੀ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਨਾਂ ਮੰਗੇ ਸਮਰਥਨ ਫਿਰ ਉਹਨੂੰ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਮਾਮਲੇ 'ਚ ਦਿੰਦੇ ਆ ਰਹੇ ਆ। ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਹੜਾ ਅਕਾਲੀ ਦਲ ਖੁਦ ਕਿਤੇ ਨਾ ਕਿਤੇ ਕਮਜ਼ੋਰ ਕਰ ਰਹੇ ਆ ਸਾਡੇ? ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦੇਣ ਦੀ ਗੱਲ ਆ, ਉਹਨਾਂ ਨੇ ਉਦੋਂ ਇਹ ਪ੍ਰਕਿਰਿਆ ਦੇ ਵਿੱਚ, ਕਿਉਂਕਿ ਦੋ ਪਾਰਟੀਆਂ ਸੀ, ਇੱਕ ਪਾਸੇ ਕਾਂਗਰਸ ਇੱਕ ਪਾਸੇ ਬੀਜੇਪੀ, ਉਹਦੀ ਜਿਹੜੀ ਰਾਸ਼ਟਰਪਤੀ ਦੀ ਕੈਂਡੀਡੇਟ ਸੀ ਉਹ ਉਧਰਲੇ ਕਬੀਲਿਆਂ ਦੇ ਵਿੱਚੋਂ ਸੀ, ਮਾਈਨੋਰਟੀ ਦੇ ਵਿੱਚੋਂ ਸੀ, ਉਹਦੇ ਕਰਕੇ ਦਿੱਤੀ। ਬੀਜੇਪੀ ਦੇ ਕਹੇ ਹਮਾਇਤ ਨਹੀਂ ਦਿੱਤੀ ਉਹਨਾਂ ਨੇ। ਹਮਾਇਤ ਉਹ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਕੈਂਡੀਡੇਟ ਸੀ ਇੱਥੇ ਆਏ ਆ, ਅਕਾਲੀ ਦਲ ਦੇ ਲੀਡਰਾਂ ਨੂੰ ਮਿਲੇ ਆ, ਉਹਨਾਂ ਦੇ ਮਿੰਟ ਤੋਂ ਬਾਅਦ ਉਹਨਾਂ ਨੇ ਫਿਰ ਹਮਾਇਤ ਕੀਤੀ। ਬੀਜੇਪੀ ਨੂੰ ਕਹਿੰਦੇ ਹਮਾਇਤ ਨਹੀਂ। ਸਾਹਿਬ ਇੱਕ ਸੁਪਰੀਮ ਕੋਰਟ ਪਟੀਸ਼ਨ ਪਈ ਸੀਗੀ ਧਰਮਾਂਤਰਨ ਦੇ ਮੁੱਦੇ ਨੂੰ ਲੈ ਕੇ, ਉਸ ਤੇ ਬੋਲਦੇ ਸੁਪਰੀਮ ਕੋਰਟ ਨੇ ਕਿਹਾ ਹੈਗਾ ਸੂਬਿਆਂ ਦੀਆਂ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਕਿ ਜੋ ਵੀ ਧਰਮਾਂਤਰਨ ਕਰਵਾਏ ਜਾਂਦੇ ਨੇ ਪੈਸੇ ਦੇ ਕੇ ਜਾਂ ਫਿਰ ਧੋਖੇ ਨਾਲ ਜਾਂ ਡਰਾ ਧਮਕਾ ਕੇ, ਉਸ ਤੇ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਸਖਤ ਐਕਸ਼ਨ ਲੈਵੇ। ਚਲੋ ਅਸੀਂ ਤਾਂ ਜੀ ਆਇਆਂ ਕਰਾਂਗੇ। ਅਸੀਂ ਤਾਂ ਕਹਿੰਦੇ ਜਿਹੜਾ ਕੋਈ ਧੱਕਾ ਕਰਦਾ ਆ, ਕਿਉਂਕਿ ਧਰਮ ਕਦੇ ਧੱਕਾ ਨਹੀਂ ਕਰਦਾ, ਧਰਮ ਤਾਂ ਪਿਆਰ ਦੇ ਨਾਲ ਸਾਰਿਆਂ ਨੂੰ ਜੋੜਦਾ ਆ, ਤੇ ਜੇ ਕੋਈ ਧੱਕਾ ਕਰਦਾ ਆ ਤੇ ਉਹ ਮੈਂ ਸਮਝਦਾ ਬਹੁਤ ਮਾੜੀ ਗੱਲ ਆ। ਇਹ ਤਾਂ ਹੋਣੀ ਨਹੀਂ ਚਾਹੀਦੀ। ਇੱਕ ਮੈਂ ਗੱਲ ਤੁਹਾਨੂੰ ਹੋਰ ਕਲੀਅਰ ਕਰ ਦਿਆਂ ਕਿ ਸਾਨੂੰ ਇੱਕ ਵੱਡਾ ਖਾਦਸਾ ਹੋਰ ਵੀ ਆ, ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਇੱਕ ਦੋ ਪਟੀਸ਼ਨਾਂ ਹੋਰ ਵੀ ਉੱਥੇ ਪਈਆਂ, ਉਹ ਆ ਸਿੱਖ ਮਾਈਨੋਰਟੀ ਦੀਆਂ। ਉਹ ਅਸੀਂ ਅਪੀਲ ਪਾਈਓ ਆ ਤੇ ਸਾਨੂੰ ਪੂਰਨ ਖਾਸਾ ਆ ਵੀ ਜਿਸ ਤਰਜ਼ ਦੇ ਉੱਤੇ ਕਾਰਜ ਚੱਲ ਰਹੇ ਆ, ਕਿਤੇ ਉਹਦੇ ਵਿੱਚ ਵੀ ਇਹ ਜਿਹੜਾ ਆ ਈਵਲ ਮੋਟਿਵ ਦੇ ਵਿੱਚ ਇਹ ਆਪਣੇ ਕਾਮਯਾਬ ਨਾ ਹੋਣ। ਇੱਕ ਪਟੀਸ਼ਨ ਉਹ ਸਿੱਖ ਮਾਈਨੋਰਟੀ ਦੀ ਹੈਗੀ ਆ, ਉਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਈ ਆ। ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ, ਹਾਈ ਸਾਡੀ ਜੁਡੀਸ਼ੀਅਲ ਹਾਈ ਬੋਡੀ ਆ, ਪਰ ਜਿਹੜੇ ਜੱਜ ਵੌਇਸਡ ਹੋ ਕੇ ਫੈਸਲੇ ਕਰਨ ਜਾਂ ਸਾਰਾ ਕੁਝ ਦਿਸਦਾ ਹੋਵੇ ਸਾਰਿਆਂ ਨੂੰ, ਉਹਨਾਂ ਦਾ ਸਾਡਾ ਜ਼ਰੂਰ ਹੱਕ ਬਣਦਾ ਪਈ ਅਸੀਂ ਉੱਤੇ ਕਟਾਖ ਕਰੀਏ। ਸੋ ਅਸੀਂ ਤਾਂ ਇਹ ਮੰਗ ਰੱਖਦੇ ਪਏ ਇਨ ਡਿਊ ਕੋਰਸ ਆਫ ਲਾ। ਸਾਰਿਆਂ ਨੂੰ ਕਈ ਵਾਰੀ ਸਵਾਲ ਉੱਠਦਾ ਵੀ ਚਾਹੇ ਤੁਹਾਨੂੰ ਫੈਸਲਾ ਜਿਹੜਾ ਸੂਟ ਕਰਦਾ ਉਹ ਹੀ ਫੇਰ ਇਹ ਨਿਆਂ ਵਧੀਆ ਆ, ਪਰ ਆ ਜਿਹੜਾ ਹੋਇਆ ਇਹ ਬਿਲਕੁਲ ਉਲਟ। ਤਾਂ ਬਿਲਕੁਲ ਤੁਸੀਂ ਸੁਣਿਆ ਕਿ ਅਕਾਲੀ ਦਲ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ, ਕਿ ਕੁਝ ਇਹਨਾਂ ਦਾ ਕਹਿਣਾ ਸੀਗਾ। ਜਿਹੜੀ ਮੀਟਿੰਗ ਹੋਈ ਹੈ ਉਸ ਵਿੱਚ ਅਹਿਮ ਜਿਹੜੀ ਗੱਲਾਂ ਨੇ, ਐਸਜੀਪੀਸੀ ਨੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਅਧੀਨ ਉਸ ਨੂੰ ਰਿਜੈਕਟ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਫੈਸਲਾ ਜਿਹੜੀ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਵਿੱਚ ਲਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਸੂਬੇ ਦਾ ਕੋਈ ਐਕਟ ਹੈ ਉਹ ਸਿੱਖ ਗੁਰਦੁਆਰਾ ਐਕਟ 1985 ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ, ਦਖਲਅੰਦਾਜ਼ੀ ਨਹੀਂ ਕਰ ਸਕਦਾ। ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਇੱਕ ਜਾਂ ਦੋ ਜੱਜ ਜਿਨ੍ਹਾਂ ਦਾ ਡਾਇਰੈਕਟ ਜਿਹੜਾ ਕਨੈਕਸ਼ਨ ਹੈ, ਜਿਹੜੇ ਸੰਬੰਧ ਹੈ ਉਹ ਆਰਐਸਐਸ ਦੇ ਨਾਲ ਹੈ, ਉਹਨਾਂ ਨੇ ਇਹ ਫੈਸਲਾ ਲਿੱਤਾ ਹੈ। ਤੇ ਇਹ ਸਾਰੀ ਚੀਜ਼ਾਂ ਮੀਟਿੰਗ ਦੇ ਵਿੱਚ ਹੋਈ ਹੈ ਤੇ 30 ਸਤੰਬਰ ਨੂੰ ਹੁਣ ਇਜਲਾਸ ਬੁਲਾਇਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ। ਤੇ ਸਾਡੇ ਪੈਨਲਿਸਟ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਸਾਡੇ ਨਾਲ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਜੀ ਨੇ, ਸਤਿ ਸ਼੍ਰੀ ਅਕਾਲ ਸਰ। ਇਸ ਤੋਂ ਇਲਾਵਾ ਸਰਬਜੀਤ ਸਿੰਘ ਜੀ ਨੇ ਸਾਡੇ ਨਾਲ, ਹਰਿਆਣਾ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਦੇ ਜਿਹੜੇ ਸਕੱਤਰ ਨੇ ਉਹ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਾਡੇ ਪੰਜਾਬ ਟੁਡੇ ਦੇ ਵਿੱਚ। ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਸਰਬਜੀਤ ਸਿੰਘ ਜੀ ਤੁਹਾਡੇ ਨਾਲ, ਅੱਜ ਜਿਹੜੀ ਇੱਕ SGPC ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ, ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਵੱਡੀ ਗੱਲ ਕਹੀ ਕਿ ਇਹ ਜਿਹੜਾ ਹਮਲਾ ਹੈ, ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ, ਉਹ ਬਲੂ ਸਟਾਰ ਜਿਹਾ ਵੱਡਾ ਹਮਲਾ ਹੈ ਜਿਹੜਾ ਸਿੱਖ ਕੌਮ ਤੇ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਪੰਜਾਬ ਟੂਡੇ ਦੇ ਸੁਣਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪ੍ਰੈਸ ਕਾਨਫਰੰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਬਲੂ ਸਟਾਰ ਤੋਂ ਵੱਡਾ ਹਮਲਾ ਹੈ, ਮੈਂ ਸਮਝਦਾ ਕਿ ਇਹ ਉਹਨਾਂ ਦੇ ਖੋਖਲੇਪਨ ਦੀ ਨਿਸ਼ਾਨੀ ਹੈ। ਇਹ ਉਹਨਾਂ ਦਾ ਜਿਹੜਾ ਇੱਕ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਰਨ ਕੀ ਰਹੇ ਨੇ। ਕਿਸੇ ਤਰ੍ਹਾਂ ਦਾ ਕੋਈ ਹਮਲਾ ਸਿੱਖ ਕੌਮ ਦੇ ਉੱਤੇ ਨਹੀਂ ਹੋਇਆ, ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ। ਹਰਿਆਣਾ ਦੇ ਸਿੱਖ ਜਿਹੜੇ ਸੀ ਉਹ ਬਹੁਤ ਦੇਰ ਤੋਂ ਡਿਮਾਂਡ ਕਰ ਰਹੇ ਸੀ, ਜਦੋਂ ਤੋਂ ਹਰਿਆਣਾ ਬਣਿਆ ਸੀ ਉਦੋਂ ਤੋਂ ਉਹਨਾਂ ਦੀ ਮੰਗ ਸੀ ਕਿ ਹਰਿਆਣਾ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਹਰਿਆਣਾ ਦੇ ਲੋਕਾਂ ਵੱਲੋਂ ਮੈਨੇਜ ਕੀਤਾ ਜਾਣਾ ਚਾਹੀਦਾ। ਔਰ ਉਹ ਡਿਮਾਂਡ ਨੂੰ 2014 ਦੇ ਵਿੱਚ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਸਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਲਿਆ ਕੇ ਪੂਰਾ ਕੀਤਾ। ਉਸ ਵੇਲੇ ਵੀ ਅਕਾਲੀ ਦਲ ਦੀ ਸਰਕਾਰ ਸੀ ਔਰ ਉਹਨਾਂ ਦਾ BJP ਦੇ ਨਾਲ ਅਲਾਇੰਸ ਸੀ ਅਕਾਲੀ ਦਲ ਦਾ, ਠੀਕ ਹੈ ਜੀ। ਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤੇ ਪਟੀਸ਼ਨ ਦਾਇਰ ਕੀਤੀ ਗਈ ਇਸ ਐਕਟ ਦੇ ਖਿਲਾਫ। ਉਦੋਂ ਸਟੇ ਹੋ ਗਿਆ। ਉਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੋਲ 4 ਗੁਰਦੁਆਰਾ ਸਾਹਿਬਾਨ ਸੀ, ਬਾਕੀ 48 ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੱਲੇ SGPC ਕੋਲ ਸੀ ਜੀ, ਤੇ ਉਹ ਸਟੇਟਸ ਕੋ ਰੱਖਿਆ ਗਿਆ। 8 ਸਾਲ ਇਹ ਪਟੀਸ਼ਨ ਜਿਹੜੀ ਹੈ ਇਹ ਪੋਲੀਟੀਕਲੀ ਦਬਾਅ ਦੇ ਹੇਠ ਜਿਹੜੀ ਹੈ ਅੱਗੇ ਨਹੀਂ ਚੱਲੀ, ਤਰੀਕਾਂ ਤੇ ਤਰੀਕਾਂ ਪੈਂਦੀਆਂ ਰਹੀਆਂ, ਕਦੀ ਕੋਈ ਬਹਾਨਾ ਲੱਗਿਆ ਕਦੀ ਕੋਈ ਬਹਾਨਾ ਲੱਗਿਆ। ਪਿਛਲੇ 1.5 ਸਾਲ ਤੋਂ ਜਦੋਂ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ, ਚੁਣ ਕੇ ਬਣਾਇਆ ਗਿਆ, ਉਹਨਾਂ ਨੂੰ ਇਲੈਕਟਡ ਪ੍ਰਧਾਨ ਬਣੇ, ਉਹਨਾਂ ਨੇ ਇਸ ਕੇਸ ਨੂੰ ਬਹੁਤ ਸ਼ਿੱਦਤ ਨਾਲ ਪਰਸਿਊ ਕੀਤਾ ਕੋਰਟ ਦੇ ਵਿੱਚ। ਇਹਦੇ ਵਿੱਚ ਕੋਈ ਪੋਲੀਟੀਕਲ ਦਬਾਅ ਨਹੀਂ ਹੈ, ਇਹ ਕਾਨੂੰਨੀ ਪ੍ਰਕਿਰਿਆ ਸੀ ਔਰ ਕਾਨੂੰਨ ਅਨੁਸਾਰ ਇਹ ਸਟੇਟ ਦਾ ਅਧਿਕਾਰ ਬਣਦਾ ਸੀ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸਟੇਟਾਂ ਦੇ ਲਈ ਵੱਧ ਅਧਿਕਾਰ ਮੰਗਦਾ ਹੈ, ਉਹ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ। ਪਰ ਇਸ ਮਸਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸੈਂਟਰ ਨੂੰ ਅਧਿਕਾਰ ਦੇ ਰਿਹਾ। ਇਹ ਬੜੀ ਹਾਸੋਹੀਣੀ ਪੋਜੀਸ਼ਨ ਹੈ। ਔਰ ਜਿਹੜਾ ਧਾਮੀ ਸਾਹਿਬ ਜੋ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ, ਉਹ ਬਹੁਤ ਹੀ ਸਤਿਕਾਰਯੋਗ ਨੇ, ਸਾਡੇ ਨਾਲ ਮੇਰੇ ਨਾਲ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਸੰਘਰਸ਼ ਦੇ ਦੌਰਾਨ ਵੀ। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਵੱਡੇ ਭਰਾ ਵਾਲਾ ਇੱਕ ਜਿਹੜਾ ਰੋਲ ਹੈ ਉਹ ਅਦਾ ਕਰਨਾ ਚਾਹੀਦਾ। ਕੋਈ ਇਹਦੇ ਵਿੱਚ ਕੌਮ ਦੀ ਨੁਕਸਾਨ ਨਹੀਂ ਹੋਇਆ। ਸਾਡਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਵੀ ਸ਼ਬਦ ਗੁਰੂ ਨਾਲ ਹੀ ਚੱਲਣਾ ਹੈ। ਸਾਡਾ ਵੀ ਜਿਹੜਾ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਚੱਲਣੀ ਹੈ, ਪ੍ਰਬੰਧ ਉਹੀ ਚੱਲਣਾ ਹੈ, ਸਿਰਫ ਪ੍ਰਬੰਧਕ ਬਦਲੇ ਨੇ। ਭਾਵ ਇਹ ਹੈ ਕਿ ਗੁਰੂ ਦੀ ਗੋਲਕ ਦੇ ਜਿਹੜਾ ਇੰਤਜ਼ਾਮ ਹੈ ਉਹ ਹੁਣ SGPC ਨਹੀਂ ਕਰੇਗੀ, ਹਰਿਆਣਾ ਦੇ ਸਿੱਖ ਕਰ ਲੈਣਗੇ। ਇਹਦੇ ਵਿੱਚ ਕੌਮ ਤੇ ਕਿਹੜਾ ਹਮਲਾ ਹੋ ਗਿਆ? ਇਸ ਕਰਕੇ ਮੈਂ ਇਸ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ, ਇਸ ਹਾਸੋਹੀਣੀ ਸਟੇਟਮੈਂਟ ਨੂੰ ਰੱਦ ਕਰਦਾ ਔਰ ਬੇਨਤੀ ਕਰਦਾ ਇਹਨਾਂ ਨੂੰ ਕਿ ਪੰਜਾਬ ਔਰ ਹਰਿਆਣਾ ਦੇ ਸਿੱਖਾਂ ਦੇ ਵਿੱਚ ਇਹ ਲੜਾਈ ਪੈਦਾ ਕਰਨਾ ਚਾਹ ਰਹੇ ਨੇ। ਇਹਨਾਂ ਨੂੰ ਇਹ ਲੜਾਈ ਨਹੀਂ ਪੈਦਾ ਕਰਨੀ ਚਾਹੀਦੀ, ਸਗੋਂ ਵੱਡੇ ਭਰਾ ਦਾ ਇੱਕ ਰੋਲ ਅਦਾ ਕਰਨਾ ਚਾਹੀਦਾ ਔਰ ਆਪ ਹਰਿਆਣਾ ਦੇ ਵਿੱਚ ਆ ਕੇ ਹਰਿਆਣਾ ਦੇ ਜਿਹੜੇ ਸੰਸਥਾਨ ਨੇ ਉਹਨਾਂ ਦਾ ਪ੍ਰਬੰਧ ਜਿਹੜਾ ਹੈ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣਾ ਚਾਹੀਦਾ ਔਰ ਆਪਸੀ ਭਾਈਚਾਰਾ ਕਾਇਮ ਕਰਨਾ ਚਾਹੀਦਾ। ਔਰ ਅਸੀਂ ਤੇ ਇੱਥੋਂ ਤੱਕ ਸਰਕਾਰ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਉੱਥੇ ਅਕਾਲੀ ਦਲ ਨੇ ਕੋਈ ਵੀ ਰੋਲਾ ਨਹੀਂ ਪਾਇਆ। ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਦੋਂ ਨਹੀਂ ਕੋਈ ਵੀ ਹਮਲਾ ਹੋਇਆ ਸਿੱਖਾਂ ਦੇ ਉੱਤੇ। ਉਦੋਂ ਇਹਨਾਂ ਨੇ ਕਿਉਂ ਮੰਨ ਲਿਆ? ਇਹ ਆਪ ਜਾ ਕੇ ਉੱਥੇ ਪ੍ਰਬੰਧ ਦੇ ਕੇ ਆਏ ਨੇ ਉਦੋਂ ਉਸ ਟਾਈਮ ਦੇ ਉੱਤੇ। ਉੱਥੇ ਇਹਨਾਂ ਦੇ 2 ਮੈਂਬਰ ਕੋਆਪਟ ਹੁੰਦੇ ਨੇ, ਦਿੱਲੀ ਕਮੇਟੀ ਦੇ ਸ਼੍ਰੋਮਣੀ ਕਮੇਟੀ 'ਚ ਮੈਂਬਰ ਕੋਆਪਟ ਹੁੰਦੇ ਨੇ। ਇਹ ਆਪਸੀ ਭਾਈਚਾਰਾ ਸਗੋਂ ਹਰਿਆਣੇ ਦੇ ਜਿਹੜਾ ਮੈਨੇਜਮੈਂਟ ਐਕਟ ਬਣਿਆ ਹੈ ਇਹਦੇ ਵਿੱਚ ਵੀ ਅਸੀਂ ਸਰਕਾਰ ਨੂੰ ਕਹਾਂਗੇ ਕਿ ਅਮੈਂਡਮੈਂਟ ਕਰਕੇ
ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਕਹਾਂਗੇ ਕਿ ਉਹ ਵੀ ਉਹਦੇ ਵਿੱਚ ਅਮੈਂਡਮੈਂਟ ਕਰਕੇ ਆਪਣੇ ਐਕਟ ਦੇ ਵਿੱਚ 2 ਮੈਂਬਰ ਸਗੋਂ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਕਮੇਟੀ ਵਿੱਚ ਆਉਣ, ਹਰਿਆਣਾ ਕਮੇਟੀ ਦੇ ਕਾਪਟ ਹੋਣ ਸ਼੍ਰੋਮਣੀ ਕਮੇਟੀ ਵਿੱਚ, ਤਾਂ ਕਿ ਇੱਕ ਆਪਸੀ ਲਾਇਜ਼ਨ, ਆਪਸੀ ਜਿਹੜਾ ਭਾਈਚਾਰਾ ਵਾ ਉਹ ਬਣਾ ਕੇ ਅਸੀਂ ਸਾਰੇ ਜਿਹੜਾ ਪ੍ਰਬੰਧ ਹੈ ਕੌਮ ਦੇ ਜਿਹੜੇ ਫੈਸਲੇ ਉਹ ਸਾਂਝੇ ਤੌਰ ਤੇ ਲੈ ਸਕੀਏ। ਠੀਕ ਹੈ। ਪਰਮਿੰਦਰ ਜੀ, ਤੁਸੀਂ ਪੂਰਾ ਵਿਵਾਦ ਦੇਖ ਰਹੇ ਹੋ, ਪਿਛਲੇ ਇੱਕ ਹਫ਼ਤੇ ਤੋਂ ਇਹ ਸਾਰਾ ਚੱਲ ਰਿਹਾ ਜਦੋਂ ਸੁਪਰੀਮ ਕੋਰਟ ਦੀ ਸਟੇਟਮੈਂਟ ਸਾਹਮਣੇ ਆਈ ਹੈ, ਲੇਕਿਨ ਸਵਾਲ ਇਹ ਬਣਦਾ ਹੈ ਕਿ ਆਖਿਰ ਸਵਾਲੀਆ ਨਿਸ਼ਾਨ ਕਿਉਂ ਖੜੇ ਹੋ ਰਹੇ ਨੇ? ਕਿਉਂਕਿ ਜਿਵੇਂ ਸਰਬਜੀਤ ਸਿੰਘ ਦੱਸ ਰਹੇ ਨੇ ਕਿ ਹੋਰ ਥਾਂ ਤੇ ਵੀ, ਹੋਰ ਸੂਬਿਆਂ ਤੇ ਵਿੱਚ ਵੀ ਜਿਹੜੀ ਕਮੇਟੀਜ਼ ਬਣੀਆਂ ਨੇ, ਲੇਕਿਨ ਪੰਜਾਬ ਦੇ ਵਿੱਚ SGPC ਹੈਗੀ ਤੇ ਹਰਿਆਣਾ ਜੇਕਰ ਆਪਣੀ ਇੱਕ ਕਮੇਟੀ ਬਣਾਉਂਦਾ ਹੈ ਤਾਂ ਇਸ 'ਚ ਮਾੜਾ ਕੀ ਹੈ? ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਵਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਪੰਜਾਬ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ, ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜੀ। ਤੇ ਕੇਂਦਰ ਦੀ ਜਿਹੜੀ ਸਰਕਾਰ ਹੈ, ਚਾਹੇ ਉਹ ਭਾਜਪਾ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਉਹਦੀ ਜਗ੍ਹਾ ਕੋਈ ਵੀ ਆ ਜਾਵੇ, ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਵੀ ਜਿਹੜੇ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਇਹਨੂੰ ਖੇਰੂ ਕੀਤਾ ਜਾਵੇ। ਔਰ ਉਹ ਸ਼ਕਤੀ ਨੂੰ ਖੇਰੂ ਕਰਨ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਕਾਮਯਾਬ ਹੋਈਆਂ ਨੇ। ਤੇ ਜੰਮੂ ਸਾਹਿਬ ਨੇ ਗੱਲ ਕਹੀ, ਸਰਦਾਰ ਸਰਬਜੀਤ ਸਿੰਘ ਜੰਮੂ ਜੀ ਨੇ, ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਅਕਾਲੀ ਦਲ ਕਿਉਂ ਨਹੀਂ ਬੋਲਿਆ। ਅਕਾਲੀ ਦਲ ਨੇ ਬਹੁਤ ਸਾਰੇ ਫੈਸਲਿਆਂ ਦੇ ਵਿੱਚ ਚੰਗੀ ਭੂਮਿਕਾ ਨਹੀਂ ਨਿਭਾਈ, ਇਹ ਗੱਲ ਮੰਨਣਯੋਗ ਹੈ। ਇਸੇ ਕਰਕੇ ਹੀ ਅੱਜ ਪੰਜਾਬ ਦੇ ਵਿੱਚ ਉਹ ਹਾਸ਼ੀਏ ਤੇ ਚਲੇ ਗਏ ਨੇ। ਲੇਕਿਨ ਇੱਕ ਬਤੌਰ ਸਿੱਖ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ, ਇੱਕ ਆਮ ਸਿੱਖ ਮਹਿਸੂਸ ਕਰਦਾ ਦੁਨੀਆ ਦੇ ਵਿੱਚ ਵਸਦਾ ਹੋਇਆ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾਂ ਰਚ ਰਹੀ ਹੈ। ਉਹਦੇ ਵਿੱਚ ਕਾਂਗਰਸ ਵੀ ਉਨੀ ਉਹ ਭਾਈਵਾਲ ਹੈ ਜਿੰਨੀ ਕਿ ਭਾਜਪਾ ਹੈ। ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੁੰਦਾ, ਕਾਂਗਰਸ ਕਤਲੇਆਮ ਕਰਾਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਵੀ ਇਹ ਕਤਲੇਆਮ ਹੁੰਦਾ ਨਹੀਂ ਸੀ, ਦਰਬਾਰ ਸਾਹਿਬ ਤੇ ਹਮਲਾ ਹੁੰਦਾ ਨਹੀਂ ਸੀ, ਅਸੀਂ ਇੰਦਰਾ ਗਾਂਧੀ ਨੂੰ ਕਹਿ ਕੇ ਕਰਵਾਇਆ। ਅੱਜ ਉਹਨਾਂ ਦੀ ਉਹ ਸਰਕਾਰ ਹੈ ਦੇਸ਼ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਉਹ ਕਦੇ ਵੀ ਨਹੀਂ ਚਾਹਣਗੇ ਵੀ ਸਿੱਖਾਂ ਦੇ ਵਿੱਚ ਏਡੀ ਵੱਡੀ ਸ਼ਕਤੀ ਪੈਦਾ ਹੋ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅੱਜ ਵੱਖਰੀ ਗੱਲ ਹੈ ਵੀ ਅਕਾਲੀ ਦਲ ਦਾ ਕਬਜ਼ਾ, ਅਸੀਂ ਅਕਾਲੀ ਦਲ ਦਾ ਕਬਜ਼ਾ ਛੁਡਵਾਉਣ ਦੀ ਬਜਾਏ, ਉਹਨਾਂ ਪਰਿਵਾਰਾਂ ਦਾ ਕਬਜ਼ਾ ਛੁਡਾਉਣ ਦੀ ਬਜਾਏ ਅਸੀਂ ਸਿੱਖਾਂ ਨੂੰ ਕਮਜ਼ੋਰ ਕਰੀ ਜਾ ਰਹੇ ਹਾਂ, ਸਿੱਖਾਂ ਦੇ ਵਿੱਚ ਭਰਾਵਾਂ ਨੂੰ ਜੰਗ ਛੇੜ ਰਹੇ ਹਾਂ। ਚਾਹੀਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨਾ ਤਕੜਿਆ ਕੀਤਾ ਜਾਵੇ ਕਿ ਸਮੇਂ ਦੀਆਂ ਸਰਕਾਰਾਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੱਲ ਕਰਨ। ਗੱਲ ਹੋਈ ਵੀ 1985 ਦੇ ਵਿੱਚ ਐਕਟ ਬਣਿਆ, ਮੈਂ ਤੁਹਾਨੂੰ ਥੋੜਾ ਪਿੱਛੇ ਲੈ ਜਾਵਾਂ, ਇਹ ਜਿੰਨੇ ਵੀ ਐਕਟ ਬਣੇ ਨੇ ਇਹ ਕਰੀਬਨ 1920 ਤੋਂ ਲੈ ਕੇ 1925 ਦੇ ਦਹਾਕੇ 'ਚ ਬਣੇ ਨੇ। ਜਿੰਨੀਆਂ ਸੰਸਥਾਵਾਂ ਤੁਸੀਂ ਦੇਸ਼ ਦੇ ਜਦੋਂ ਇਤਿਹਾਸ ਦੇ ਝਾਤ ਮਾਰੋ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਵਿੱਚ ਹੋਂਦ ਦੇ ਵਿੱਚ ਆਈ ਹੈ। ਇਸੇ ਸਮੇਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਤੇ ਇਸੇ ਸਮੇਂ ਦੌਰਾਨ ਹੀ ਮੁਸਲਿਮ ਲੀਗ ਹੋਂਦ ਦੇ ਵਿੱਚ ਆਈ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਨੀਂਹ ਉਸ ਤੋਂ ਬਾਅਦ ਰੱਖੀ ਗਈ। ਮੁਸਲਿਮ ਲੀਗ ਨੇ ਆਪਣੇ ਲੋਕਾਂ ਨੂੰ ਵੱਖਰਾ ਮੁਲਕ ਲੈ ਕੇ ਦੇ ਦਿੱਤਾ। ਭਾਰਤੀ ਜਨਤਾ ਪਾਰਟੀ ਤੇ RSS ਦੀ ਜਿਹੜੀ ਰਾਜਨੀਤੀ ਹੈ ਉਹ ਅਜੇ ਦੇਸ਼ ਦੇ ਵਿੱਚ ਸਿਖਰ ਤੇ ਹੈ। ਇਹ ਗੱਲ ਪੱਕੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਉਸ ਤਰ੍ਹਾਂ ਨੁਮਾਇੰਦਗੀ ਨਹੀਂ ਕਰ ਸਕਿਆ ਜਿਸ ਤਰ੍ਹਾਂ ਦੀ ਉਹਨੂੰ ਨੁਮਾਇੰਦਗੀ ਕਰਨੀ ਚਾਹੀਦੀ ਸੀ। ਲੇਕਿਨ ਇਹਦਾ ਮਤਲਬ ਇਹ ਬਿਲਕੁਲ ਹੀ ਨਹੀਂ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਇੰਨਾ ਕਮਜ਼ੋਰ ਕਰ ਦਈਏ ਕਿ ਉਹਦੇ ਉੱਤੇ ਸਾਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਵੱਲ ਵੇਖਣਾ ਪਵੇ। ਦੂਜੀ ਕਾਨੂੰਨੀ ਪੱਖ ਮੈਂ ਦੱਸਦੇ ਹਾਂ, ਜਦੋਂ ਦੇਸ਼ ਦੇ ਵਿੱਚ ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਕਹਿ ਦਿੱਤਾ ਜਾਂਦਾ ਵੀ ਕੁਝ ਕਾਨੂੰਨ ਕੇਂਦਰ ਦੁਆਰਾ ਬਣਾਏ ਨੇ, ਉਹਨਾਂ ਕੇਂਦਰ ਦੇ ਦੁਆਰਾ ਬਣਾਏ ਹੋਏ ਕਾਨੂੰਨਾਂ ਦੇ ਵਿੱਚ ਰਾਜ ਸਰਕਾਰਾਂ ਨੂੰ ਕੋਈ ਹੱਕ ਨਹੀਂ ਕਿ ਉਹ ਕੋਈ ਤਰਮੀਮ ਕਰ ਦੇਣ ਜਾਂ ਵੱਖਰੇ ਤੌਰ ਤੇ ਐਕਟ ਬਣਾ ਦੇਣ। ਲੇਕਿਨ ਜਦੋਂ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਦੇ ਨਾਲ ਕੋਈ ਧਰੋਹ ਕਮਾਣਾ ਹੁੰਦਾ ਤਾਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਆਜ਼ਾਦ ਕਰ ਦਿੱਤਾ ਜਾਂਦਾ ਹੈ ਕਿ ਉਹ ਉਹਦੇ ਵਿੱਚ ਕੋਈ ਵੀ ਅਮੈਂਡਮੈਂਟ ਕਰ ਦੇਣ। ਮੈਂ ਮਿਸਾਲ ਦੇ ਤੌਰ ਤੇ ਦੱਸਦੇ ਹਾਂ, ਜਦੋਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ ਵੀ ਜਿਹੜੇ CBI ਦੇ ਕੇਸ ਨੇ ਇਹ ਕੇਂਦਰ ਦੇ ਨਾਲ ਸੰਬੰਧਿਤ ਨੇ, ਰਾਜ ਸਰਕਾਰਾਂ ਨੂੰ ਅਖਤਿਆਰ ਨਹੀਂ ਕਿ ਉਹਨਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਲੇਕਿਨ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਹੈ, ਉਹ ਜਿਹੜਾ ਕਾਨੂੰਨ ਹੈ ਉਹ ਦੇਸ਼ ਦੀ ਪਾਰਲੀਮੈਂਟ ਦੁਆਰਾ ਬਣਾਇਆ, ਦੇਸ਼ ਦੀ ਪਾਰਲੀਮੈਂਟ ਦੁਆਰਾ ਬਣਾਏ ਹੋਏ ਕਾਨੂੰਨ ਨੂੰ ਇੱਕ ਸੂਬੇ ਦੀ ਵਿਧਾਨ ਸਭਾ ਦੁਆਰਾ ਇੱਕ ਹੋਰ ਕਾਨੂੰਨ ਬਣਾ ਕੇ ਉਹਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਉਹਦੇ ਤੇ ਦੇਸ਼ ਦੀ ਸੁਪਰੀਮ ਕੋਰਟ ਮੋਹਰ ਲਾ ਦਿੰਦੀ ਹੈ। ਤੇ ਸਿੱਖਾਂ ਦਾ ਇਹ ਜ਼ਰੂਰੀ ਨਹੀਂ ਕਿ ਜੋ ਵੀ ਫੈਸਲਾ ਆ ਜਾਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣ। ਸਾਡਾ ਆਪਣਾ ਸਿਧਾਂਤ ਹੈ, ਸਾਡਾ ਆਪਣਾ ਸੰਵਿਧਾਨ ਹੈ ਔਰ ਸਿੱਖ ਰਹੁ ਰੀਤਾਂ ਦੇ ਮੁਤਾਬਕ ਅਸੀਂ ਸਮੇਂ-ਸਮੇਂ ਤੇ ਫੈਸਲਿਆਂ ਦੀ ਵਿਰੋਧਤਾ ਕਰਦੇ ਰਹੇ ਤੇ ਕਰਦੇ ਰਵਾਂਗੇ। ਇਹ ਇਕੱਲਾ ਅਸੀਂ ਉਹ ਨਹੀਂ ਕਹਿੰਦੇ, ਇਸ ਤੋਂ ਪਹਿਲਾਂ ਰਾਮ ਮੰਦਿਰ ਤੇ ਫੈਸਲਾ ਆਉਣਾ ਸੀ ਤੇ RSS ਨੇ ਪੂਰੇ ਦੇਸ਼ ਦਾ ਭ੍ਰਮਣ ਕੀਤਾ ਤੇ ਉਹਨਾਂ ਨੇ ਗੱਲ ਕਹੀ ਵੀ ਜੇਕਰ ਫੈਸਲਾ ਸਾਡੇ ਉਲਟ ਵੀ ਆਇਆ
ਤੇ ਅਸੀਂ ਉਹਨੂੰ ਮੰਨਣ ਤੋਂ ਇਨਕਾਰੀ ਹੋ ਜਾਵਾਂਗੇ। ਲੇਕਿਨ ਸਾਡੇ ਸੁਭਾਅ ਦੇ ਵਿੱਚ ਇਹ ਗੱਲ ਬਿਠਾਈ ਜਾ ਰਹੀ ਹੈ, ਫੈਸਲਾ ਚਾਹੇ ਤੁਹਾਡੇ ਹੱਕ ਦੇ ਵਿੱਚ ਆਏ, ਚਾਹੇ ਫੈਸਲਾ ਤੁਹਾਡੇ ਵਿਰੋਧ ਦੇ ਵਿੱਚ ਆਵੇ, ਤੁਸੀਂ ਇੱਕੋ ਗੱਲ ਕਹੀ ਜਾਣੀ ਵੀ ਫੈਸਲਾ ਬਹੁਤ ਵਧੀਆ। ਜੇ ਫੈਸਲੇ ਨੂੰ ਹਰੇਕ ਨੂੰ ਅਸੀਂ ਮੰਨਣ ਲੱਗ ਪਏ ਤਾਂ ਅਸੀਂ ਉਸ ਫੈਸਲੇ ਦੇ ਖਿਲਾਫ ਅਪੀਲ ਕਿਵੇਂ ਕਰਾਂਗੇ, ਉਹਦੀ ਰਿਵਿਊ ਪਟੀਸ਼ਨ ਕਿਵੇਂ ਪਾਵਾਂਗੇ? ਇਹ ਗੱਲ ਸਾਨੂੰ ਠੋਕ ਕੇ ਕਹਿਣੀ ਪਵੇਗੀ ਕਿ ਇਹਦੇ ਵਿੱਚ ਵੱਡੇ ਪੱਧਰ ਤੇ ਸਿੱਖਾਂ ਦੇ ਨਾਲ ਨਾਇਨਸਾਫੀ ਹੋਈ ਹੈ ਤੇ ਇਸ ਨਾਇਨਸਾਫੀ ਦੇ ਖਿਲਾਫ ਕੋਈ ਵੀ ਰਾਏ, ਚਾਹੇ ਉਹ ਸਿਆਸੀ ਹੈ ਚਾਹੇ ਉਹ ਕਾਨੂੰਨੀ ਰਾਏ, ਉਹ ਅਖਤਿਆਰ ਕਰਨਾ ਚਾਹੀਦਾ। ਜਿਹੜੀ ਇੱਕ ਇੰਡੀਪੈਂਡੈਂਟ ਬੋਡੀ ਰਹਿਣੀ ਚਾਹੀਦੀ ਹੈ, ਯਾਨੀ ਕਿ ਅਕਾਲੀ ਦਲ ਦੇ ਇੱਕ ਰੋਲ ਦੀ ਜੇਕਰ ਗੱਲ ਕੀਤੀ ਜਾਂਦੀ ਹੈ, ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦਾ ਜਿਹੜਾ ਪ੍ਰਭਾਵ ਹੈ ਜਾਂ ਉਸਦੇ ਅਧੀਨ ਹੀ ਜਿਹੜੀ ਐਸਜੀਪੀਸੀ ਚੱਲਦੀ ਹੈ, ਉਹ ਹਟਾ ਕੇ ਸਿਰਫ ਇੱਕ ਹੀ ਜਿਹੜੀ ਹੈ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਾਰੇ ਗੁਰਦੁਆਰਿਆਂ ਨੂੰ ਦੇਖੇ, ਉਹਨਾਂ ਦਾ ਕੰਮ ਕਰਨ, ਉਹਨਾਂ ਦੇ ਹੱਲ ਜਿਹੜੇ ਸੁਲਝਾਉਣ। ਇੱਕ ਬੇਨਤੀ ਕਰਨਾ ਚਾਹਾਂਗਾ ਜੀ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਜੀ ਨੇ ਇੱਕ ਗੱਲ ਕਹੀ ਹੈ ਕਿ ਇਹ ਜਿਹੜਾ ਐਕਟ ਹੈ ਉਹ ਸੈਂਟਰ ਨੇ ਬਣਾਇਆ ਸੀ, ਔਰ ਧਾਮੀ ਸਾਹਿਬ ਨੇ ਵੀ ਇਹ ਕਿਹਾ ਹੈ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਇਹ ਗੱਲ ਕਹੀ ਹੈ। ਪਰ ਇਹ ਥੋੜਾ ਜਿਹਾ ਮੈਂ ਇਹਨਾਂ ਨੂੰ ਕਹਾਂਗਾ ਕਿ 1925 ਦਾ ਐਕਟ ਥੋੜਾ ਪੜ੍ਹ ਲੈਣ। ਉਸ ਵੇਲੇ ਪੈਪਸੂ ਸਟੇਟ ਸੀ ਪੰਜਾਬ ਦੇ ਵਿੱਚ, ਇਹ ਐਕਟ ਪੈਪਸੂ ਸਟੇਟ ਨੇ ਬਣਾਇਆ ਸੀ। ਉਸ ਤੋਂ ਬਾਅਦ ਜਦੋਂ ਇੰਡੀਪੈਂਡੈਂਟ ਹੋਇਆ ਉਦੋਂ ਪੰਜਾਬ ਸਰਕਾਰ ਨੇ ਇਹ ਐਕਟ ਬਣਾਇਆ ਸੀ, ਨਾ ਕਿ ਸੈਂਟਰ ਨੇ ਬਣਾਇਆ ਸੀ। ਇਹ ਜਿਹੜੀ ਦਲੀਲ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਦੇ ਵਕੀਲਾਂ ਨੇ ਮੰਨਿਆ ਕਿ ਇਹ ਸਟੇਟ ਐਕਟ ਹੈ, ਸੈਂਟਰ ਐਕਟ ਨਹੀਂ ਹੈ। ਇਸ ਕਰਕੇ ਇਹ ਗੱਲ ਬਾਰ-ਬਾਰ ਕਹੀ ਜਾਣੀ ਕਿ ਇਹ ਸੈਂਟਰ ਐਕਟ ਹੈ, ਇਸ ਕਰਕੇ ਇਹਨੂੰ ਸੈਂਟਰ ਨੇ ਜਿਹੜਾ ਇਹ ਕੋਈ ਦਖਲਅੰਦਾਜ਼ੀ ਕੀਤੀ ਹੈ, ਬਿਲਕੁਲ ਗਲਤ ਹੈ। ਇਹਨਾਂ ਨੂੰ ਉਹ ਐਕਟ ਪੜ੍ਹ ਲੈਣਾ ਚਾਹੀਦਾ, ਪੈਪਸੂ ਦਾ ਐਕਟ ਵੀ ਪੜ੍ਹਨਾ ਚਾਹੀਦਾ, ਉਸ ਤੋਂ ਬਾਅਦ ਜਿਹੜਾ ਸਟੇਟ ਨੇ ਐਕਟ ਬਣਾਇਆ ਸੀ ਉਹ ਵੀ ਪੜ੍ਹਨਾ ਚਾਹੀਦਾ। ਉਹ ਸਟੇਟ ਐਕਟ ਹੈ, ਨਾ ਕਿ ਸੈਂਟਰਲ ਐਕਟ ਹੈ। ਇਸ ਕਰਕੇ ਸਟੇਟ ਨੂੰ ਇਹ ਅਧਿਕਾਰ ਸੀਗਾ ਕਿ ਉਹ ਆਪਣਾ ਐਕਟ ਬਣਾਉਂਦੇ। ਦੂਸਰੀ ਗੱਲ, ਢੀਂਗਰਾ ਜੀ ਨੇ ਕਿਹਾ ਹੈ ਕਿ ਇਹ ਸਿੱਖਾਂ ਦੇ ਖਿਲਾਫ ਹੈ। ਮੈਂ ਉਹੀ ਗੱਲ ਇਹਨਾਂ ਨੂੰ ਪੁੱਛਣਾ ਚਾਹਨਾ, ਇਹ ਕਹਿ ਰਹੇ ਨੇ ਕਿ ਉਸਲੇ ਫੈਸਲੇ ਚ ਠੀਕ ਨਹੀਂ ਹੋਏ, ਤੇ ਇਹ ਕਿੰਨੀ ਕੁ ਦੇਰ ਹੈ ਕਿ ਸਿੱਖ ਜਿਹੜੇ ਆਪਣੇ ਫੈਸਲੇ ਠੀਕ ਨਹੀਂ ਕਰਦੇ ਰਹਿਣਗੇ? ਜਿਹੜੇ ਅੱਜ ਕਹਿ ਰਹੇ ਨੇ ਕਿ ਉਹ ਬੀਜੇਪੀ, ਅਸੀਂ ਜੇ ਕਾਂਗਰਸ ਤੇ ਦੇਖੋ, ਅਕਾਲੀ ਦਲ ਨੇ ਕਾਂਗਰਸ ਤੇ ਬੀਜੇਪੀ ਚੋਂ ਜੇ ਚੁਣਿਆ ਕਿਸੇ ਨੂੰ ਰਾਸ਼ਟਰਪਤੀ ਦੀ ਚੋਣ ਦੇ ਵੇਲੇ, ਤੇ ਬੀਜੇਪੀ ਦੇ ਕੈਂਡੀਡੇਟ ਨੂੰ ਚੁਣਿਆ। ਹੁਣੇ ਧਾਮੀ ਸਾਹਿਬ ਕਹਿ ਰਹੇ ਸੀਗੇ ਕਿ ਉਧਰ ਕਾਂਗਰਸ ਦਾ ਕੈਂਡੀਡੇਟ ਸੀ, ਅਸੀਂ ਇਸ ਕਰਕੇ ਬੀਜੇਪੀ ਦੇ ਕੈਂਡੀਡੇਟ ਨੂੰ ਚੁਣਿਆ। ਅਸੀਂ ਕਾਂਗਰਸ ਨੂੰ ਜ਼ਿਆਦਾ ਜਿਹੜਾ ਵਾ ਉਹ ਆਪਣਾ ਵਿਰੋਧੀ ਮੰਨਦੇ ਹਾਂ, ਕਾਂਗਰਸ ਨੂੰ ਜ਼ਿਆਦਾ ਅਸੀਂ ਸਿੱਖ ਕੌਮ ਦਾ ਹਿਤੈਸ਼ੀ ਨਹੀਂ ਮੰਨਦੇ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਬੀਜੇਪੀ ਦੇ ਕੈਂਡੀਡੇਟ ਨੂੰ ਮੰਨਿਆ। ਬੜੀ ਹਾਸੋਹੀਣੀ ਗੱਲ ਹੈ ਜੀ, ਜਦੋਂ ਬੀਜੇਪੀ ਦਾ ਸਬੰਧ ਬੀਜੇਪੀ ਦੇ ਨਾਲ ਜਦੋਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਦੋਂ ਕਿਹੜੇ ਕੰਮ ਸਿੱਖ ਕੌਮ ਦੇ ਲਈ ਬਹੁਤ ਵਧੀਆ ਹੋਏ ਨੇ, ਜਰਾ ਗਿਣਾ ਕੇ ਦੱਸਣ। ਕਿ ਉਦੋਂ ਸੌਦਾ ਸਾਧ ਨਾਲ ਸਮਝੌਤਾ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵਧੀਆ ਫੈਸਲਾ ਸੀ? ਕਿ ਬੀਜੇਪੀ ਦੇ ਨਾਲ ਰਲ ਕੇ ਉਸਲੇ ਸਰਕਾਰਾਂ ਬਣਾਉਣੀਆਂ ਬਹੁਤ ਵਧੀਆ ਫੈਸਲਾ ਸੀ? ਜਦੋਂ ਹੁਣ ਬੀਜੇਪੀ ਦੇ ਨਾਲ ਇਹਨਾਂ ਦਾ ਸਬੰਧ ਨਹੀਂ ਰਿਹਾ, ਜਦੋਂ ਉਹ ਟੁੱਟ ਗਿਆ, ਉਦੋਂ ਬੀਜੇਪੀ ਵਿੱਚ ਖਰਾਬ ਹੋ ਗਈ ਤੇ ਬਾਕੀ ਪਾਰਟੀਆਂ ਵੀ ਖਿਲਾਫ ਹੋ ਗਈਆਂ, ਖਰਾਬ ਹੋ ਗਈਆਂ। ਜਦੋਂ ਅਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹਾਂ, ਉਹਨਾਂ ਨੇ ਕਿਹਾ ਕਿ ਮੁਸਲਿਮ ਲੀਗ ਬਣੀ ਤੇ ਉਸ ਵੇਲੇ ਅਕਾਲੀ ਦਲ ਬਣਿਆ, ਤੇ ਉਸ ਵੇਲੇ ਵੀ ਜਿਹੜਾ ਵਾ ਇਹ ਆਲ ਇੰਡੀਆ ਸਿੱਖ ਸਟੂਡੈਂਟ ਨਾਲ ਸੰਬੰਧਿਤ ਨੇ। ਜੇ ਇਹਨਾਂ ਨੂੰ ਇਤਿਹਾਸ ਪਤਾ ਹੋਵੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਤਾਂ ਉਸ ਵੇਲੇ ਵੀ ਜਿਹੜੇ ਫੈਡਰੇਸ਼ਨ ਦੇ ਨੁਮਾਇੰਦੇ ਸੀਗੇ, ਉਸ ਵੇਲੇ ਉਹਨਾਂ ਨੇ ਬਾਬਾ ਮਾਸਟਰ ਤਾਰਾ ਸਿੰਘ ਜੀ ਨੂੰ ਮਿਸਟਰ ਜਿਨਾਹ ਦੇ ਨਾਲ ਮੁਲਾਕਾਤ ਲਈ ਬੁਲਾਇਆ ਸੀ, ਪਰ ਮਿਸਟਰ ਜਿਨਾਹ ਤਾਂ ਆਏ, ਪਰ ਮਾਸਟਰ ਤਾਰਾ ਸਿੰਘ ਜੀ ਉਸ ਕੋਠੀ ਦੇ ਵਿੱਚੋਂ ਪਿਛਲੇ ਗੇਟ ਤੋਂ ਨਿਕਲ ਗਏ। ਇਹਨਾਂ ਨੂੰ ਇਹ ਸਾਰੇ ਇਤਿਹਾਸ ਦੇ ਬਾਰੇ ਥੋੜਾ ਜਿਹਾ ਪੜ੍ਹ ਲੈਣ। ਔਰ ਮੈਂ ਇਹੀ ਬੇਨਤੀ ਕਰੂੰਗਾ ਕਿ ਇਹ ਗਲਤ ਬਿਆਨਬਾਜ਼ੀ ਨਾ ਕੀਤੀ ਜਾਵੇ। ਜਿਹੜੀ ਗੱਲ ਨੂੰ ਕੋਰਟ ਦੇ ਵਿੱਚ ਇਹਨਾਂ ਦੇ ਵਕੀਲਾਂ ਨੇ ਮੰਨਿਆ ਕਿ ਇਹ ਸਟੇਟ ਐਕਟ ਹੈ, ਔਰ ਸਟੇਟ ਐਕਟ ਦੇ ਕਰਕੇ ਹੀ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਫੈਸਲਾ ਕੀਤਾ। ਕਿਸੇ ਦੇ ਦਬਾਅ ਹੇਠ ਆ ਕੇ, ਕਿਸੇ ਦੇ ਕਹਿਣ ਦੇ ਉੱਤੇ ਫੈਸਲਾ ਨਹੀਂ ਕੀਤਾ ਗਿਆ। ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਜੀ ਜੋ ਪ੍ਰਧਾਨ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਕਹਿ ਰਹੇ ਨੇ, ਜਾਂ ਸੁਖਬੀਰ ਸਿੰਘ ਬਾਦਲ ਜੀ ਬਹੁਤ ਸਤਿਕਾਰਤ ਹਨ, ਉਹ ਕਹਿ ਰਹੇ ਹਨ, ਢੀਂਗਰਾ ਜੀ ਵੀ ਇਸੇ ਗੱਲ ਨੂੰ ਲੈ ਕੇ ਚੱਲ ਰਹੇ ਹਨ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਕੋਰਟ ਦੇ ਵਿੱਚ ਜਿਹੜੇ ਇਹਨਾਂ ਦੇ ਵਕੀਲ ਪੇਸ਼ ਹੋਏ, ਉਹਨਾਂ ਨੇ ਕੀ ਦਲੀਲ ਦਿੱਤੀ ਹੈ। ਉਹਨਾਂ ਨੇ ਇਸ ਐਕਟ ਨੂੰ ਸਟੇਟ ਐਕਟ ਮੰਨਿਆ, ਰਿਟਨ 'ਚ ਹੈ, ਕੋਈ ਜ਼ੁਬਾਨੀ ਕਲਾਮੀ ਨਹੀਂ ਹੈ।
ਇਸ ਕਰਕੇ ਇਦਾਂ ਦੀਆਂ ਭਾਵਨਾਵਾਂ, ਇਦਾਂ ਦੀ ਗਲਤ ਬਿਆਨਬਾਜ਼ੀ ਕਰਕੇ ਸਿੱਖ ਕੌਮ ਦੇ ਵਿੱਚ ਭਰਮ ਭੁਲੇਖੇ ਪੈਦਾ ਨਾ ਕਰੋ। ਸਗੋਂ ਆਪਸੀ ਭਾਈਚਾਰਾ ਕਾਇਮ ਕਰਨ ਦੇ ਲਈ ਆਪਸ ਵਿੱਚ ਬੈਠ ਕੇ ਫਿਰ ਆਪਾਂ ਸਲਾਹ ਕਰਕੇ ਤੇ ਆਪਾਂ ਇੱਕ ਦੂਸਰੇ ਦੇ ਨਾਲ ਚੱਲੀਏ। ਕੋਈ ਇਹੋ ਜੀ ਵੱਡੀ ਗੱਲ ਨਹੀਂ ਹੋਈ। ਪਹਿਲਾਂ ਵੀ ਜਦੋਂ ਸਿੱਖ ਕੌਮ ਦੇ ਵਿੱਚ 22 ਮਿਸਲਾਂ ਸੀਗੀਆਂ, ਚਾਹੇ ਉਹ ਆਪਸ 'ਚ ਲੜਦੀਆਂ ਵੀ ਸੀਗੀਆਂ, ਪਰ ਜਦੋਂ ਕੌਮੀ ਫੈਸਲਾ ਹੁੰਦਾ ਸੀ ਉਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਬਹਿ ਕੇ ਸਾਰੇ ਫੈਸਲੇ ਜਿਹੜੇ ਸੀ ਉਹ ਸਰਬਸੰਮਤੀ ਨਾਲ ਲਏ ਜਾਂਦੇ ਸੀਗੇ। ਹੁਣ ਵੀ ਐਸੀ ਕੋਈ ਗੱਲ ਨਹੀਂ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਵੀ ਅਕਾਲ ਤਖਤ ਸਾਹਿਬ ਨੇ ਬੁਲਾਇਆ ਤੇ ਬਲਜੀਤ ਸਿੰਘ ਦਾਦੂਵਾਲ ਜੀ ਜਥੇਦਾਰ ਜੀ ਉਹ ਵੀ ਪਹੁੰਚੇ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਲਕਾ ਜੀ ਉਹ ਵੀ ਪਹੁੰਚੇ ਨੇ, ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਵੀ ਪਹੁੰਚੀਆਂ ਨੇ। ਪਰ ਉਹਨਾਂ ਫੈਸਲਿਆਂ ਲਈ ਜਿਨ੍ਹਾਂ ਲਈ ਬੁਲਾਇਆ ਸੀਗਾ ਉਹ ਫੈਸਲੇ ਹੱਲੇ ਤੱਕ ਅਕਾਲ ਤਖਤ ਸਾਹਿਬ ਤੇ ਲਟਕਦੇ ਪਏ ਨੇ। ਉਹਨਾਂ ਬਾਰੇ ਕੋਈ ਫੈਸਲਾ ਨਹੀਂ, ਉਹ ਗੁੰਮ ਹੀ ਹੋ ਗਏ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਹੈ, ਨਾ ਕਿ ਸੰਗਤ ਦੇ ਵਿੱਚ ਸਿੱਖਾਂ ਦੇ ਵਿੱਚ ਗਲਤ ਬਿਆਨੀ ਕਰਕੇ ਤੇ ਇਹ ਇੱਕ ਇਸ਼ੂ ਬਣਾਉਣ ਦੀ ਲੋੜ ਹੈ। ਇਹ ਕੋਈ ਇਸ਼ੂ ਨਹੀਂ ਹੈਗਾ। ਜਿਹੜਾ ਕਿ ਧਾਮੀ ਸਾਹਿਬ ਨੇ ਵੀ ਬੜੀ ਵੱਡੀ ਗੱਲ ਆਪਣੇ ਮੂੰਹ ਚੋਂ ਕਹੀ ਹੈ ਕਿ ਇਹ ਬਲੂ ਸਟਾਰ ਤੋਂ ਵੀ ਵੱਧ ਵੱਡਾ ਹਮਲਾ ਹੈ। ਉਹਨਾਂ ਨੂੰ ਸੋਚ ਸਮਝ ਕੇ ਇਹ ਗੱਲ ਕਰਨੀ ਚਾਹੀਦੀ ਹੈ। ਉਹ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਐਡਵੋਕੇਟ ਨੇ ਔਰ ਬਹੁਤ ਤਜਰਬਾ ਹੈ ਉਹਨਾਂ ਦੇ ਕੋਲ ਸਿੱਖ ਕੌਮ ਦੇ ਵਿੱਚ ਕੰਮ ਕਰਨ ਦਾ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਦਾਂ ਦੀ ਬਿਆਨਬਾਜ਼ੀ, ਗਲਤ ਬਿਆਨਬਾਜ਼ੀ ਨਾ ਕਰਨ। ਉਹ ਸਾਡੇ ਵੱਡੇ ਭਰਾ ਨੇ ਔਰ ਵੱਡੇ ਭਰਾਵਾਂ ਵਰਗਾ ਸਾਡੇ ਨਾਲ ਸਲੂਕ ਕਰਨ। ਅਸੀਂ ਉਹਨਾਂ ਦੇ ਨਾਲ ਬਹਿ ਕੇ ਸਾਰੇ ਕਾਰਜ ਜਿਹੜੇ ਉਹ ਮਿਲ ਵਰਤ ਕੇ ਸਾਰਾ ਕੰਮ ਕਰਨ ਲਈ ਤਿਆਰ ਹਾਂ। ਪਰਮਿੰਦਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਗੱਲ ਸਰਬਜੀਤ ਜੀ ਨੇ ਕਹੀ ਹੈ? ਸਰਦਾਰ ਸਰਬਜੀਤ ਸਿੰਘ ਜੰਮੂ ਨੇ ਗੱਲ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਤੇ ਗੱਲ ਨੂੰ ਕਈ ਪਾਸੇ ਘੁਮਾ ਕੇ ਲੈ ਗਏ। ਇਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਰੇ ਗੱਲ ਕਹੀ। ਮੈਂ ਉਹਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਤੇ ਮੈਨੂੰ ਪਤਾ ਸਰਦਾਰ ਸਰਬਜੀਤ ਸਿੰਘ ਜੰਮੂ ਜੀ ਵੀ ਫੈਡਰੇਸ਼ਨ ਦੇ ਵਿੱਚ ਸੀ ਤੇ ਫੈਡਰੇਸ਼ਨ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਫੈਡਰੇਸ਼ਨ 'ਚ ਯੋਧੇ ਜਰਨੈਲ ਵੀ ਹੋਏ ਨੇ ਤੇ ਇਹਦੇ ਵਿੱਚ ਕੁਝ ਗਦਾਰ ਵੀ ਹੋਏ ਨੇ। ਤੇ ਗੱਲ ਕਰਦੇ ਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸ਼੍ਰੋਮਣੀ ਕਮੇਟੀ ਨੇ ਵੱਡੀਆਂ ਕੁਤਾਹੀਆਂ ਕੀਤੀਆਂ ਨੇ। ਮੈਂ ਕਿ ਉਹਦਾ ਨੁਮਾਇੰਦੇ ਦੇ ਤੌਰ ਤੇ, ਬੁਲਾਰੇ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਤਾਂ ਨਹੀਂ ਬੋਲ ਰਿਹਾ। ਉਹਨਾਂ ਨੇ ਵੱਡੀਆਂ ਗਲਤੀਆਂ ਕੀਤੀਆਂ ਨੇ ਜਿਹਦਾ ਅੱਜ ਖਮਿਆਜਾ ਭੁਗਤਣਾ ਪੈ ਰਿਹਾ ਵੀ ਸਿੱਖਾਂ ਨੂੰ ਸਿੱਖਾਂ ਦਾ ਵੈਰੀ ਬਣਾਉਣ ਦੇ ਲਈ ਕੇਂਦਰ ਨੂੰ ਨਕਲੀ ਸਿੱਖ ਬਣਾਉਣ ਦੀ ਲੋੜ ਨਹੀਂ ਹੈ। ਜੇ ਸਾਡੇ ਭਰਾ ਉੱਥੇ ਜਾ ਕੇ ਸਾਹਮਣੇ ਬਹਿ ਗਏ ਨੇ ਤੇ ਜੇ ਗੱਲ ਹੋ ਰਹੀ ਸੀ ਹਰਿਆਣੇ ਦੇ ਸਿੱਖਾਂ ਨੂੰ ਅਖਤਿਆਰ ਦੇਣ ਦੀ ਤੇ ਸਰਦਾਰ ਸਰਬਜੀਤ ਸਿੰਘ ਜੰਮੂ ਜੀ ਹਰਿਆਣੇ ਦੇ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਨੇ? ਉਹ ਵੀ ਤਾਂ ਜਲੰਧਰ ਤੋਂ ਰਹਿ ਰਹੇ ਲੰਮੇ ਸਮੇਂ ਤੋਂ ਤੇ ਬਾਬਾ ਦਾਦੂਵਾਲ ਜੀ ਵੀ ਜਲੰਧਰ ਨੇ, ਪੰਜਾਬ ਤੋਂ ਨੇ ਲੰਮੇ ਸਮੇਂ ਤੋਂ। ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਨੇ ਉਹ ਪੰਜਾਬ ਤੋਂ ਨੇ। ਜੇਕਰ ਰਿਪਰੈਜ਼ੈਂਟੇਸ਼ਨ ਦੀ ਗੱਲ ਹੁੰਦੀ ਵੀ ਹਰਿਆਣੇ ਦੇ ਸਿੱਖਾਂ ਨੂੰ ਰਿਪਰੈਜ਼ੈਂਟੇਸ਼ਨ ਦੇ ਵਿੱਚ ਕੋਈ ਕਮੀ ਹੁੰਦੀ ਤਾਂ ਉਹਨਾਂ ਦੇ ਆਲਰੇਡੀ 2 ਮੈਂਬਰ ਉਹਦੇ ਵਿੱਚ ਨੇ। ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਇਹ ਪੰਜਾਬ ਦਾ ਐਕਟ ਹੈ, ਸਟੇਟ ਸਬਜੈਕਟ ਹੈ, ਕੇਂਦਰ ਸਬਜੈਕਟ ਨਹੀਂ। ਜੇਕਰ ਇਹ ਸਟੇਟ ਸਬਜੈਕਟ ਹੁੰਦਾ ਤੇ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਲੰਮਾ ਸਮਾਂ ਪੰਜਾਬ ਦੇ ਕੋਲ ਕਿਸ ਤਰ੍ਹਾਂ ਰਿਹਾ? ਇੱਕ ਕਾਨੂੰਨੀ ਗੱਲ ਹੈ। ਇਹਦੇ ਤੇ ਜਿਹੜੀ ਲੜਾਈ ਵੱਖਰੇ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਲੜੀ ਜਾ ਰਹੀ ਹੈ ਔਰ ਇਹਦੇ ਉੱਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਚਾਹੀਦਾ ਤਕੜੇ ਹੋ ਕੇ ਉਹਦੇ ਤੇ ਪੈਰਵੀ ਕਰੇ। ਅੱਜ ਇਹ ਗੱਲ ਸਾਹਮਣੇ ਆ ਗਈ ਹੈ ਵੀ ਸਾਡੀਆਂ ਧਿਰਾਂ ਹੀ ਜਾ ਕੇ ਭਾਜਪਾ ਦੇ ਨਾਲ ਰਲ ਰਹੀਆਂ ਨੇ। ਕਦੀ ਇਹ ਕਾਂਗਰਸ ਦੇ ਨਾਲ ਰਲਦੇ ਨੇ, ਕਦੀ ਇਹ ਭਾਜਪਾ ਦੇ ਨਾਲ ਰਲਦੇ ਨੇ। ਸਿੱਖਾਂ ਦੇ ਵਾਸਤੇ ਬੜੀ ਵੱਡੀ ਇੱਕ ਅਜਿਹੀ ਪੋਜੀਸ਼ਨ ਬਣੀ ਹੈ ਵੀ ਉਹ ਜੇ ਭਾਜਪਾ ਨਾਲ ਜਾਂਦੇ ਨੇ ਤਾਂ ਮਾੜੇ ਨੇ, ਕਾਂਗਰਸ ਨਾਲ ਜਾਂਦੇ ਨੇ ਤਾਂ ਮਾੜੇ ਨੇ, ਕਿਉਂਕਿ ਦੋਨਾਂ ਦਾ ਹੀ ਜਿਹੜਾ ਨਜ਼ਰੀਆ ਉਹ ਸਿੱਖਾਂ ਦੇ ਪ੍ਰਤੀ ਮਾੜਾ। ਤੇ ਸਾਡੇ ਕੁਝ ਭਰਾ ਜਦੋਂ ਉਹਨਾਂ ਦੇ ਨਾਲ ਜਾ ਕੇ ਰਲ ਜਾਂਦੇ ਨੇ, ਉਹਨਾਂ ਦੀ ਬੋਲੀ ਬੋਲਦੇ ਨੇ ਤਾਂ ਬੜਾ ਦੁੱਖ ਲੱਗਦਾ। ਅਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਨਾ ਹੀ ਸ਼੍ਰੋਮਣੀ ਕਮੇਟੀ ਨੂੰ ਡਿਫੈਂਡ ਕਰ ਰਹੇ ਹਾਂ। ਸ਼੍ਰੋਮਣੀ ਕਮੇਟੀ ਨੇ ਵੱਡੀਆਂ ਕੁਤਾਹੀਆਂ ਕੀਤੀਆਂ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕੁਤਾਹੀਆਂ ਕੀਤੀਆਂ ਨੇ। ਇਹਨਾਂ ਨੇ ਸਰਸੇ ਵਾਲੇ ਬਾਬੇ ਦੀ ਗੱਲ ਕੀਤੀ, ਜਦੋਂ ਉਹਨੇ ਕੁਤਾਹੀ ਕੀਤੀ ਸਭ ਤੋਂ ਪਹਿਲਾਂ ਅਸੀਂ ਉਹਦੇ ਉਲਟ ਮੋਰਚਾ ਲਾਇਆ। ਜਲੰਧਰ ਦੇ ਵਿੱਚ ਅਸੀਂ ਧਰਨੇ ਲਾਏ। ਦਿੱਲੀ 'ਚ ਸਿੱਖ ਕਤਲੇਆਮ ਹੋਇਆ, ਉਹਨੂੰ ਨਸਲਕੁਸ਼ੀ ਗਰਦਾਨਣ ਦੇ ਲਈ ਉਹਨੂੰ ਕਤਲੇਆਮ ਕਿਹਾ, ਦੰਗੇ ਕਿਹਾ ਜਾਂਦਾ ਸੀਗਾ ਵੀ ਇਹ ਦੰਗੇ ਨਹੀਂ ਹੋਏ, ਕਤਲੇਆਮ ਹੋਇਆ। ਉਹਦੇ ਵਾਸਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੱਡੀ ਮੁਹਿੰਮ ਛੇੜੀ ਤੇ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਕੋਲੋਂ ਕੌਮ ਦੇ ਲਈ ਹੁਕਮਨਾਮਾ ਜਾਰੀ ਕਰਵਾਇਆ ਤੇ ਇਹ ਕਿਹਾ ਵੀ ਅੱਜ ਤੋਂ ਬਾਅਦ ਇਹਨੂੰ ਦੰਗੇ ਨਹੀਂ ਕਹਿਣਾ, ਇਹਨੂੰ ਕਤਲੇਆਮ ਕਹਿਣਾ। ਲੇਕਿਨ ਅਕਾਲੀ ਦਲ ਨੇ ਜਦੋਂ ਦਿੱਲੀ ਦੇ ਵਿੱਚ ਵੀ ਆਪਣੇ ਨੁਮਾਇੰਦੇ ਭੇਜੇ ਉਸ ਕਮੇਟੀ ਨੂੰ, ਕਿਉਂਕਿ ਉਹ ਕਮੇਟੀ ਕੇਂਦਰ ਦੁਆਰਾ ਤਾਮੀਰ ਕਰ ਦਿੱਤੀ ਗਈ, ਤੇ ਉਸ ਤੋਂ ਬਾਅਦ ਇਹਨਾਂ ਨੁਮਾਇੰਦੇ ਭੇਜੇ। ਇਹ ਗੱਲ ਤਾਂ ਚਾਹੀਦੀ ਹੈ ਵੀ ਆਲ ਇੰਡੀਆ ਗੁਰਦੁਆਰਾ ਐਕਟ ਹੋਣਾ ਚਾਹੀਦਾ ਦੇਸ਼ ਦੇ ਵਿੱਚ। ਜਿੱਥੇ ਵੀ ਕਿਤੇ ਗੁਰਦੁਆਰੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣੇ ਚਾਹੀਦੇ ਨੇ। ਉਹਦੇ ਵਿੱਚ ਸਾਰੇ ਸਿੱਖਾਂ ਦੀ ਬਰਾਬਰ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਹਰਿਆਣੇ ਦੇ ਸਿੱਖਾਂ ਨੂੰ ਛੱਡ ਦਿਓ। ਹਰਿਆਣਾ, ਹਿਮਾਚਲ, ਬੰਬੇ, ਮਹਾਰਾਸ਼ਟਰ 'ਚ ਵੱਡੀ ਗਿਣਤੀ ਸਿੱਖ ਵਸਦੇ ਨੇ। ਇਹ ਬਹੁਤ ਸਾਰੇ ਸਿਕਲੀਗਰ ਸਿੱਖ ਨੇ ਜਿਹੜੇ ਬਾਹਰਲੇ ਸੂਬਿਆਂ 'ਚ ਵਸਦੇ ਨੇ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਪੁੱਛੀ। ਇਹ ਗੱਲ ਸੱਚ ਹੈ। ਇਹਦਾ ਮਤਲਬ ਇਹ ਨਹੀਂ ਵੀ ਜੇ ਸਾਡੇ ਘਰ ਦੇ ਵਿੱਚ ਕੋਈ ਕਮੀ ਹੈਗੀ ਤੇ ਅਸੀਂ ਘਰ ਹੀ ਢਾਹ ਦੇਣਾ। ਅਸੀਂ ਉਹਨੂੰ ਸਵਾਰਨਾ, ਉਹਨੂੰ ਤਕੜਿਆ ਕਰਨਾ।
ਜੇ ਇਹਨਾਂ ਦੇ ਵਿੱਚ ਕੋਈ ਕਮੀ ਹੈ ਤੇ ਚੰਗੇ ਬੰਦੇ ਭੇਜਣੇ ਚਾਹੀਦੇ ਨੇ ਤਾਂ ਜੋ ਉਹ ਪੰਥ ਦੀ ਗੱਲ ਕਰ ਸਕਣ, ਸਿੱਖਾਂ ਦੀ ਗੱਲ ਕਰ ਸਕਣ। ਤੇ ਸ਼੍ਰੋਮਣੀ ਔਰ ਜਿਹੜੀ ਕਾਂਗਰਸ ਦੀ ਮਨਸ਼ਾ ਔਰ ਭਾਜਪਾ ਦੀ ਮਨਸ਼ਾ, ਸਿੱਖਾਂ ਨੂੰ ਇਹਦੇ ਪ੍ਰਤੀ ਬਿਲਕੁਲ ਕਲੀਅਰ ਕੱਟ ਨੇ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਸਾਡਾ ਨੁਕਸਾਨ ਕਰਨਾ, ਚਾਹੇ ਸਾਡੇ ਵਿਰੋਧ 'ਚ ਬਹਿ ਕੇ ਕਰ ਲੈਣ, ਚਾਹੇ ਸਾਡੇ ਨਾਲ ਬਹਿ ਕੇ ਕਰ ਲੈਣ। ਸਾਨੂੰ ਇਸ ਗੱਲ ਕਰਕੇ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਔਰ ਕੇਂਦਰ ਦੇ ਰਾਹੀਂ ਜਿਹੜੇ ਫੈਸਲੇ ਕਰਵਾਏ ਜਾ ਰਹੇ ਨੇ, ਪਹਿਲਾਂ ਫੈਸਲੇ ਸਰਕਾਰਾਂ ਕਰਦੀਆਂ ਸੀ, ਹੁਣ ਸਰਕਾਰਾਂ ਕੁਝ ਫੈਸਲੇ ਅਦਾਲਤਾਂ ਰਾਹੀਂ ਕਰਵਾਉਣ ਲੱਗ ਪਈਆਂ ਨੇ ਤਾਂ ਜੋ ਉਹਨਾਂ ਦੇ ਉੱਤੇ ਦਾਗ ਨਾ ਆਵੇ। ਸਾਨੂੰ ਇਸ ਸਾਜ਼ਿਸ਼ ਨੂੰ ਵੀ ਸਮਝਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕੰਮ ਕਰ ਰਹੀ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਹੋਰ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਸਿੱਖਾਂ ਦੇ ਵਿੱਚ ਅਜਿਹੀ ਭਾਵਨਾ ਪੈਦਾ ਨਾ ਹੋਵੇ। ਸਰਬਜੀਤ ਦੀ ਬਾਰ-ਬਾਰ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਤੇ ਇਸ ਵਿੱਚ ਕੇਂਦਰ ਸਰਕਾਰ ਅਹਿਮ ਭੂਮਿਕਾ ਨਿਭਾ ਰਹੀ ਹੈ ਤੇ ਹਰਿਆਣਾ ਦੇ ਵਿੱਚ ਵੀ ਹਰਿਆਣਾ ਸਰਕਾਰ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਹ ਸਾਥ ਦੇ ਰਹੀ ਹੈ। ਰਾਜਨੀ ਨੇ ਜਿਹੜੀ ਗੱਲ ਕੀਤੀ ਹੈ, ਮੈਂ ਫਿਰ ਉਹੀ ਗੱਲ ਕਰਦਾ ਕਿ ਹਰਿਆਣੇ ਦੇ 11 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣ ਕੇ ਜਾਣ ਔਰ 11 ਦੇ 11 ਮੈਂਬਰਾਂ ਨੇ ਬਾਰ-ਬਾਰ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਦੀ ਵਿਰੋਧਤਾ ਕੀਤੀ ਹੈ ਕਿ ਸਾਡਾ ਸਨਮਾਨ ਨਹੀਂ ਕੀਤਾ ਜਾ ਰਿਹਾ, ਸਾਡੇ ਅਨੁਸਾਰ ਉੱਥੇ ਨਹੀਂ ਦੱਸਿਆ ਜਾ ਰਿਹਾ, ਉੱਥੇ ਕੰਮ ਜਿਹੜਾ ਹਰਿਆਣੇ ਦੇ ਵਿੱਚ ਨਹੀਂ ਕੀਤਾ ਜਾ ਰਿਹਾ। ਕੋਈ ਐਜੂਕੇਸ਼ਨ ਦੇ ਮਸਲੇ ਦੇ ਉੱਤੇ ਕੋਈ ਗੱਲ ਨਹੀਂ ਉੱਥੇ ਹਰਿਆਣੇ 'ਚ ਡਿਵੈਲਪਮੈਂਟ ਹੈਗੀ, ਕੁਝ ਵੀ ਜਿਹੜਾ ਵਾ ਉਹ ਮੈਡੀਕਲ ਦੇ ਸੰਬੰਧ 'ਚ ਕੋਈ ਡਿਵੈਲਪਮੈਂਟ ਨਹੀਂ ਹੈਗੀ। ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਹੇ ਹਾਂ, ਅਸੀਂ ਕਿਹੜਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਜਾ ਰਹੇ ਹਾਂ? ਕੋਈ ਵੀ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਰਾਜੀ ਨਹੀਂ ਹੈ ਔਰ ਨਾ ਹੀ ਇਸ ਚੀਜ਼ ਦੇ ਉੱਤੇ ਅਸੀਂ ਕਿਤੇ ਵੀ ਸਮਝੌਤਾ ਕਰ ਸਕਦੇ ਹਾਂ। ਪਰ ਜੇ ਮੈਂ ਇਹ ਵੀ ਗੱਲ ਕਹਾਂਗਾ ਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਧਰਮ ਪਰਿਵਰਤਨ ਅਗਰ ਸਿੱਖਾਂ ਦਾ ਹੋ ਰਿਹਾ ਤੇ ਉਹ ਪੰਜਾਬ 'ਚ ਹੋ ਰਿਹਾ, ਇੱਧਰ ਸ਼੍ਰੋਮਣੀ ਕਮੇਟੀ ਦਾ ਕੋਈ ਧਿਆਨ ਨਹੀਂ। ਇਹ ਦੂਸਰੇ ਪਾਸੇ ਜੇ ਐਜੂਕੇਸ਼ਨ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਉਹ ਪੰਜਾਬ ਦੇ ਵਿੱਚ ਹੋ ਰਿਹਾ। ਜਿੰਨੇ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਦੇ ਅਦਾਰੇ ਨੇ ਸਾਰਿਆਂ ਦੇ ਰਿਜ਼ਲਟ ਦੇਖ ਲਓ। ਕਿਉਂ ਬਾਰ-ਬਾਰ ਅਸੀਂ ਕ੍ਰਿਸਚਨਾਂ ਦੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਰਦੇ ਹਾਂ? ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਉਹ ਮਿਆਰ ਹੋਵੇ? ਕਿਉਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ? ਟੀਚਰ ਰੱਖੜੇ ਤਾਂ ਦਖਲਅੰਦਾਜ਼ੀ ਹੈ। ਜੇ ਮੈਡੀਕਲ ਕਾਲਜ ਨੇ ਜਾਂ ਮੈਡੀਕਲ ਆਪਣੇ ਹਸਪਤਾਲ ਨੇ ਉੱਥੇ ਕੋਈ ਚੈਰੀਟੇਬਲ ਦਾ ਕੰਮ ਨਹੀਂ ਹੈ। ਸਾਰੇ ਪਾਸੇ ਜਿਹੜਾ ਹੈ ਉਹ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਜਿਹੜੇ ਬਾਹਰ ਦੇ ਸੂਬਿਆਂ ਦੇ ਲੋਕ ਨੇ ਇਹ ਮੈਨੂੰ ਕਹਿ ਰਹੇ ਕਿ ਪੰਜਾਬ ਦੇ, ਤੇ ਜੇ ਮੈਂ ਪੰਜਾਬ ਦਾ ਜਾ ਕੇ ਉੱਥੇ ਹਰਿਆਣੇ ਦੇ ਵਿੱਚ ਮੇਰੀ ਡਿਊਟੀ ਲਾਈ ਗਈ ਹੈ ਤੇ ਮੈਂ ਉੱਥੇ ਸੇਵਾ ਕਰਾਂਗਾ ਤੇ ਕੀ ਇਹਦੇ ਨਾਲ ਕੌਮ ਦਾ ਨੁਕਸਾਨ ਹੋ ਜਾਏਗਾ? ਜਿਸ ਨੂੰ ਵੀ ਹੁੰਦਾ ਹੈ, ਆਪਾਂ ਗਦਾਰ ਦੀ ਸ਼ਬਦ ਸਾਡੇ ਕੋਲ ਬਹੁਤ ਵਧੀਆ ਹੈ, ਉਹ ਮਿੰਟ 'ਚ ਅਸੀਂ ਲਾ ਦਿੰਦੇ ਹਾਂ। ਐਸੀ ਕੋਈ ਗੱਲ ਨਹੀਂ ਵੀਰ ਜੀ, ਸਾਰੇ ਸੰਘਰਸ਼ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਅਸੀਂ ਵੀ ਮੋਢੇ ਨਾਲ ਮੋਢਾ ਢਾ ਕੇ ਲੜੇ ਹਾਂ, 4-5 ਸਾਲ ਜੇਲ੍ਹਾਂ ਵੀ ਕੱਟੀਆਂ ਨੇ। ਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਸਗੋਂ ਰਲ ਮਿਲ ਕੇ ਬੈਠ ਕੇ ਵਿਚਾਰ ਕਰਕੇ ਫਿਰ ਸਾਨੂੰ ਅੱਗੇ ਕੀ ਹੋ ਗਿਆ। ਜੇ ਹਰਿਆਣਾ ਕਮੇਟੀ ਬਣ ਗਈ ਤਾਂ ਕਿਹੜੀ ਕੌਮ ਦਾ ਨੁਕਸਾਨ ਹੋ ਗਿਆ ਦੱਸੋ ਜਰਾ? ਜੇ ਹਰਿਆਣਾ ਦੇ ਸਿੱਖ ਹਰਿਆਣਾ ਦੇ ਗੁਰਦੁਆਰਿਆਂ ਦਾ ਹੀ ਮੈਨੇਜਮੈਂਟ ਕਰ ਲੈਣਗੇ ਇਹਦੇ 'ਚ ਕੌਮ ਦਾ ਕੀ ਨੁਕਸਾਨ ਹੈ? ਸਗੋਂ ਇੱਥੇ ਪਰਿਵਾਰਵਾਦ ਨਹੀਂ ਆਏਗਾ। ਪੰਜਾਬ ਦੇ ਵਿੱਚ ਪਰਿਵਾਰਵਾਦ ਵਧਿਆ, ਅਕਾਲੀ ਦਲ ਨੇ ਪਰਿਵਾਰਵਾਦ ਨੂੰ ਅਹਿਮੀਅਤ ਦਿੱਤੀ ਹੈ। ਹਰਿਆਣੇ ਦੇ ਵਿੱਚ ਵੀ ਚੋਣ ਹੋਣੀ ਹੈ, ਇਲੈਕਸ਼ਨ ਹੋਣੀ ਹੈ, ਇਲੈਕਸ਼ਨ ਹੋ ਕੇ ਫਿਰ ਜਿਹੜੀ ਕਮੇਟੀ ਬਣਨੀ ਹੈ ਉਹ ਅੱਗੇ ਆਏਗੀ, ਉਹ ਕੰਮ ਕਰੇਗੀ। ਇਸ ਕਰਕੇ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਾ ਕਰੋ। ਕੇਂਦਰ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ। ਜੇ ਉਹੀ ਗੱਲ ਹੈ, ਜੇ ਸਾਡੇ ਹੱਕ ਵਿੱਚ ਆ ਜਾਂਦਾ, ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਆ ਜਾਂਦਾ ਫਿਰ ਫੈਸਲਾ ਬਹੁਤ ਵਧੀਆ ਸੀ, ਕਿਉਂਕਿ ਉਹ ਕਾਨੂੰਨ ਅਨੁਸਾਰ ਸਹੀ ਫੈਸਲਾ ਆਇਆ ਹੈ। ਇਸ ਕਰਕੇ ਗਲਤ ਹੋ ਗਿਆ। ਅਸੀਂ ਗਦਾਰ ਵੀ ਹੋ ਗਏ ਹਾਂ, ਅਸੀਂ ਜਿਹੜਾ ਵਾ ਆਪਾਂ ਸਿੱਖਾਂ ਦੇ ਕਾਤਲ ਵੀ ਹੋ ਗਏ ਹਾਂ। ਅਸੀਂ ਜਿਹੜਾ ਉਹ ਜਿਹੜਾ ਇਹ ਕਹਿ ਰਹੇ ਨੇ ਧਾਮੀ ਸਾਹਿਬ ਕਿ ਉਹ ਬਲੂ ਸਟਾਰ ਐਕਸ਼ਨ ਵਰਗਾ ਉਸ ਤੋਂ ਵੀ ਵੱਡਾ ਹਮਲਾ ਹੋ ਗਿਆ। ਮੈਨੂੰ ਤੇ ਸਮਝ ਨਹੀਂ ਆ ਰਹੀ ਕਿ ਇਹਨਾਂ ਦੀ ਸੋਚ ਕਿੱਥੇ ਕੰਮ ਕਰ ਰਹੀ ਹੈ। ਇਸ ਕਰਕੇ ਮੇਰੀ ਇਹ ਫਿਰ ਬਾਰ-ਬਾਰ ਬੇਨਤੀ ਹੈ, ਵੀਰ ਜੀ ਨੂੰ ਵੀ ਬੇਨਤੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਨੂੰ ਵੀ ਬੇਨਤੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਬੇਨਤੀ ਹੈ ਕਿ ਆਓ ਰਲ ਮਿਲ ਕੇ ਬੈਠ ਕੇ ਆਪਾਂ ਚੰਗੀ ਤਰ੍ਹਾਂ ਨਾਲ ਵਿਚਾਰ ਕਰਕੇ ਸਾਂਝੇ ਤੌਰ ਦੇ ਉੱਤੇ ਇਹ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਹੈ, ਜੇ ਜਿਸ ਤਰ੍ਹਾਂ ਇਹ ਕਹਿ ਰਹੇ ਆਲ ਇੰਡੀਆ ਗੁਰਦੁਆਰਾ ਐਕਟ, ਇਹ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਸੀ, ਕਿੱਥੇ ਗਿਆ ਉਹ? 10 ਸਾਲ ਸਰਕਾਰ ਰਹੀ, ਕਿਉਂ ਨਹੀਂ ਬਣਿਆ? ਜਦੋਂ ਸਰਕਾਰ ਬਣ ਜੇ ਉਦੋਂ ਬੋਲੀ ਹੋਰ ਹੈ, ਜਦੋਂ ਸਰਕਾਰਾਂ ਚੋਂ ਅਸੀਂ ਬਾਹਰ ਆ ਜਾਈਏ ਇਹ ਕਿਉਂ ਹਾਸ਼ੀਏ ਤੇ ਗਏ ਨੇ? ਹੁਣ MLA ਵੀ ਨਹੀਂ ਬਣ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਤੇ ਇਹ ਕਿਸ ਹੱਕ ਨਾਲ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ?
ਕਿੱਦਾਂ ਕਹਿ ਰਹੇ ਨੇ ਕਿ ਅਸੀਂ ਕੌਮ ਦੇ ਰਿਪਰੈਜ਼ੈਂਟੇਸ਼ਨ ਆ। ਬਿਲਕੁਲ ਰਿਪਰੈਜ਼ੈਂਟੇਸ਼ਨ ਇਹਨਾਂ ਕੋਲੋਂ ਖੋਹ ਲਈ ਗਈ ਹੈ, ਖਤਮ ਹੋ ਗਈ ਇਹਨਾਂ ਦੀ ਰਿਪਰੈਜ਼ੈਂਟੇਸ਼ਨ, ਕਿਉਂਕਿ ਇਹਨਾਂ ਨੇ ਆਪ ਉਸ ਵੇਲੇ ਹੋਮ ਮਿਨਿਸਟਰ ਸੀਗੇ ਜਦੋਂ ਬਹਿਬਲ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਬਕਾਇਦਾ ਇਸ਼ਤਿਹਾਰ ਲੱਗੇ ਨੇ, ਪੋਸਟਰ ਲੱਗੇ ਨੇ। ਮੈਂ ਕਹਿੰਦਾ ਕਿਹੜਾ ਹੋਮ ਮਿਨਿਸਟਰ ਹੈ ਜਿਹੜਾ 2 ਮਿੰਟ ਦੇ ਵਿੱਚ ਜਾਂ 24 ਘੰਟੇ ਦੇ ਵਿੱਚ ਮੁਲਜ਼ਮਾਂ ਨੂੰ ਨਾ ਫੜ ਸਕੇ। ਸਿਰਫ ਵੋਟਾਂ ਕਰਕੇ ਉਹਨਾਂ ਨੇ ਇਹ ਉੱਥੇ ਅੱਜ ਤੱਕ ਗਏ ਨੇ ਬਹਿਬਲ ਕਲਾਂ? ਅੱਜ ਤੱਕ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉੱਥੇ ਗਿਆ? ਅਕਾਲ ਤਖਤ ਦੇ ਜਥੇਦਾਰ ਉੱਥੇ ਗਏ ਨੇ? ਐਡੀ ਵੱਡੀ ਘਟਨਾ ਹੋਈ ਹੋਵੇ। ਵੀਰ ਜੀ ਚੰਗੀ ਤਰ੍ਹਾਂ ਨਾਲ ਸੋਚ ਕੇ ਵਿਚਾਰ ਕੇ ਇਹਨਾਂ ਗੱਲਾਂ ਨੂੰ ਵਿਚਾਰੋ, ਫਿਰ ਕੌਮ ਦੇ ਸਾਰੇ ਬਹਿ ਕੇ ਤੇ ਫਿਰ ਜਿਹੜੀ ਹੈ ਉਹ ਉਸ ਨੂੰ ਆਪਾਂ ਵਿਚਾਰ ਕਰੀਏ। ਇਹਨਾਂ ਫੈਸਲਿਆਂ ਕਰਕੇ ਹੀ ਕੌਮ ਜਿਹੜੀ ਹੈ ਅੱਜ ਰੁਲਦੀ ਪਈ ਹੈ। ਉਸ ਨੂੰ ਇਕਜੁੱਟ ਹੋਣ ਦੀ ਲੋੜ ਹੈ। ਔਰ ਇਕਜੁੱਟ ਇੱਦਾਂ ਨਹੀਂ ਹੋ ਸਕਦਾ ਕਿ ਅਸੀਂ ਕਹੀਏ ਨਹੀਂ ਅਸੀਂ ਕਬਜ਼ਾ, ਇੱਕ ਬੰਦੇ ਦਾ ਕਬਜ਼ਾ ਹੋ ਜਾਂਦਾ ਹੈ ਜੇ ਸਾਰਾ ਆਲ ਇੰਡੀਆ ਐਕਟ ਬਣਦਾ ਹੈ ਤਾਂ ਉਹ ਫਿਰ ਉਹੀ ਨੁਕਸਾਨ ਹੋਏਗਾ। ਸਗੋਂ ਇਸ ਤਰ੍ਹਾਂ ਵੱਖ-ਵੱਖ ਕਮੇਟੀਆਂ, ਹੁਣ ਜੰਮੂ ਕਸ਼ਮੀਰ ਦੇ ਵਿੱਚ ਕੀ ਹੈ ਜੀ, ਉੱਥੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗਾ, ਉੱਥੇ ਵੀ ਜਾ ਕੇ ਇਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਉੱਥੇ ਵੀ ਗੁਰਦੁਆਰਾ ਕਮੇਟੀਆਂ ਕੋਲੋਂ ਸਰੋਪੇ ਲੈ ਕੇ ਆਉਂਦੇ ਨੇ। ਕੀ ਕੋਈ ਉਹਨਾਂ ਨੂੰ ਗਾਲਾਂ ਕੱਢਦਾ ਜਾਂ ਉਹਨਾਂ ਨੂੰ ਕੋਈ ਬੁਰਾ ਭਲਾ? ਬਿਲਕੁਲ ਸਰਬਜੀਤ ਜੀ ਦੇ ਨਾਲ ਕਨੈਕਸ਼ਨ ਟੁੱਟਦਾ ਹੈ। ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਉਹ ਜਾਂਦੇ ਨੇ ਜਾਂ ਮਹਾਰਾਸ਼ਟਰ 'ਚ ਜਾਂਦੇ ਨੇ, ਪਟਨਾ ਵਿੱਚ ਜਾਂਦੇ ਨੇ, ਸਾਰੀ ਥਾਂ ਉਹਨਾਂ ਦਾ ਸਤਿਕਾਰ ਹੁੰਦਾ ਹੈ। ਹਰਿਆਣੇ ਵਿੱਚ ਵੀ ਆਉਣ, ਸਗੋਂ ਮਿਲ ਬੈਠ ਕੇ ਵਿਚਾਰ ਕਰਕੇ ਇਹ ਸਗੋਂ ਆਪ ਇਹ ਭੜਕਾਊ ਭਾਸ਼ਣ, ਭੜਕਾਊ ਗੱਲਾਂ ਜਿਹੜੀਆਂ ਨੇ ਉਹ ਸਿੱਖ ਸੰਗਤ ਦੇ ਵਿੱਚ ਦੁਬਦਾ ਵਾਲੀਆਂ ਗੱਲਾਂ ਨਾ ਕਰਨ। ਸਗੋਂ ਮਿਲ ਬੈਠ ਕੇ ਸਾਂਝੇ ਤੌਰ ਦੇ ਉੱਤੇ ਮਿਲ ਬੈਠ ਕੇ ਅਸੀਂ ਇਹ ਗੁਰੂ ਘਰਾਂ ਦੀ ਸੇਵਾ ਕਰੀਏ। ਘਰ ਦੀ ਜਿਹੜੀ ਗੋਲਕ ਹੈ ਉਹਨੂੰ ਠੀਕ ਪਾਸੇ ਵਰਤੀਏ। ਅੱਜ ਸਿੱਖਾਂ ਨੂੰ ਅਗਰ ਲੋੜ ਹੈ ਤੇ ਐਜੂਕੇਸ਼ਨ ਦੀ ਲੋੜ ਹੈ। ਸਾਡਾ ਸਾਰਾ ਬੱਚਾ ਜਿਹੜਾ 10+2 ਕਰਨ ਤੋਂ ਬਾਅਦ ਬਾਹਰ ਜਾ ਰਿਹਾ ਹੈ, ਕੱਲ ਨੂੰ ਇੱਥੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਸਿੱਖ ਬੱਚੇ ਨਹੀਂ ਲੱਭਣੇ। ਸਾਡਾ ਕੋਈ ਵੀ ਬੱਚਾ ਹੁਣ IAS IPS ਨਹੀਂ ਬਣ ਪਾ ਰਿਹਾ। ਕਿਉਂ ਨਹੀਂ ਬਣ ਪਾ ਰਿਹਾ? ਅਸੀਂ ਐਜੂਕੇਸ਼ਨ ਵੱਲ ਧਿਆਨ ਨਹੀਂ ਦੇ ਰਹੇ। ਔਰ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਵਿਜ਼ਨ ਹੈ ਕਿ ਸਭ ਤੋਂ ਪਹਿਲਾਂ ਅਸੀਂ ਐਜੂਕੇਸ਼ਨ ਤੇ ਮੈਡੀਕਲ ਵੱਲ ਧਿਆਨ ਦੇਵਾਂਗੇ, ਖਾਸ ਤੌਰ ਤੇ ਜਿਹਦੇ ਵਿੱਚ IAS IPS ਵਾਸਤੇ ਅਸੀਂ ਬਕਾਇਦਾ ਅਕੈਡਮੀਆਂ ਖੋਲਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ IAS IPS ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੇ ਵਿੱਚ ਜਾ ਸਕਣ। ਅਸੀਂ ਸਕੂਲ ਕਾਲਜ ਖੋਲਾਂਗੇ ਜਿਹਦਾ ਸਟੈਂਡਰਡ ਹੋਏਗਾ, ਜਿਹਦੇ ਕਰਕੇ ਜੇ ਅਸੀਂ ਜਿਹੜੀ ਚੀਜ਼ ਦਾ ਅਸੀਂ ਇਹ ਨੁਕਸਾਨ ਉਠਾਉਂਦੇ ਪਏ ਹਾਂ, ਜੇ ਸਾਡੇ ਕੋਲ ਉਹ ਸੇਵਾ ਆਈ ਹੈ ਤੇ ਅਸੀਂ ਉਹਨਾਂ ਨੁਕਸਾਨਾਂ ਨੂੰ ਭਰਨ ਦੀ ਕੋਸ਼ਿਸ਼ ਕਰਾਂਗੇ, ਨਾ ਕਿ ਹੋਰ ਨੁਕਸਾਨ ਦੀ ਕੋਸ਼ਿਸ਼ ਕਰਾਂਗੇ। ਇਹ ਵੀਰ ਢੀਂਗਰਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਨੂੰ ਅੱਗੇ ਆ ਕੇ ਕੋਈ ਕੰਮ ਕਰਨਾ ਪੈਣਾ ਤੇ ਜੇ ਉਹ ਜਿਹੜਾ ਪੈਸਾ ਹੈ ਉਹ ਹਰਿਆਣੇ ਦੀਆਂ ਜਿਹੜੀਆਂ ਗੋਲਕਾਂ ਨੇ, ਜੇ ਉਹ ਸਿੱਖ ਕੌਮ ਦੀ ਭਲਾਈ ਵਾਸਤੇ ਯੂਜ਼ ਹੋ ਜਾਣ, ਵਰਤੀਆਂ ਜਾਣ ਤਾਂ ਕਿੰਨੀ ਚੰਗੀ ਗੱਲ ਨਹੀਂ ਹੋਏਗੀ। ਕਿ ਉਹ ਪਰਿਵਾਰਵਾਦ ਦੇ ਵਿੱਚ ਨਾ ਜਾਣ ਤੇ ਚੰਗੀ ਗੱਲ ਨਹੀਂ ਹੋਏਗੀ। ਕਿ ਉਹ ਸਿੱਖਾਂ ਦੇ ਵਿੱਚ ਏਕਤਾ ਪੈਦਾ ਕਰਨ ਤੇ ਚੰਗੀ ਗੱਲ ਨਹੀਂ ਹੋਏਗੀ। ਕਿ ਸਿੱਖਾਂ ਦੇ ਵਿੱਚ ਐਜੂਕੇਸ਼ਨ ਪੈਦਾ ਹੋਵੇ ਤੇ ਚੰਗੀ ਗੱਲ ਨਹੀਂ ਹੋਏਗੀ। ਸਿੱਖਾਂ ਨੂੰ ਚੰਗੀ ਸਿਹਤ ਲਈ ਆਪਾਂ ਪ੍ਰੇਰਿਤ ਕਰੀਏ, ਉਹ ਗੱਲ ਚੰਗੀ ਨਹੀਂ ਹੋਏਗੀ। ਜਾਂ ਨਸ਼ਿਆਂ ਦੇ ਵਿੱਚ ਅਸੀਂ ਚਿੱਟੇ ਦੇ ਵਿੱਚ ਹੀ ਰੋਲੀ ਰੱਖਣਾ ਹੈ ਆਪਣੀ ਨੌਜਵਾਨੀ ਨੂੰ। ਇਸ ਕਰਕੇ ਮੇਰੇ ਵੀਰ ਜੀ, ਹਰ ਇੱਕ ਨੂੰ ਆਪਾਂ ਇੱਕ ਠੱਪਾ ਜਿਹੜਾ ਮੋਹਰ ਸਟੈਂਪ ਆਪਾਂ ਰੱਖਦੇ ਨਾ ਗਦਾਰਾਂ ਦੀ, ਗਦਾਰ ਵਾਲੀ ਸਟੈਂਪ ਜਿਹੜੀ ਛੱਡ ਦਈਏ। ਕੋਈ ਗਦਾਰ ਨਹੀਂ ਹੈ, ਨਾ ਤੁਸੀਂ ਗਦਾਰ ਹੋ, ਨਾ ਅਸੀਂ ਗਦਾਰ ਹਾਂ, ਨਾ ਕੋਈ ਹੋਰ ਗਦਾਰ ਹੈ। ਇਹਨਾਂ ਸਟੈਂਪਾਂ ਨੂੰ ਛੱਡ ਕੇ ਮਿਲ ਬੈਠ ਕੇ ਵਿਚਾਰ ਕਰਕੇ ਅਸੀਂ ਸੇਵਾ ਕਰੀਏ। ਜਿਹੜੀਆਂ ਗੱਲਾਂ ਦੀ ਜਿਹੜੀਆਂ ਕੋਤਾਹੀਆਂ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀਆਂ ਨੇ, ਉਹ ਅਸੀਂ ਨਾ ਕਰੀਏ। ਅਸੀਂ ਸਗੋਂ ਉਹਨਾਂ ਨੂੰ ਸਾਬਤ ਕਰਕੇ ਦੱਸੀਏ ਕਿ ਆਹ ਦੇਖੋ ਤੁਸੀਂ ਇਹ ਕੰਮ ਨਹੀਂ ਕੀਤੇ, ਅਸੀਂ ਇਹ ਕੀਤੇ ਨੇ ਤੇ ਇਹ ਤੁਸੀਂ ਸੁਧਾਰੋ, ਅਸੀਂ ਸੁਧਾਰ ਕੀਤਾ ਹੈ। ਇਸ ਕਰਕੇ ਵੀਰ ਜੀ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਆਪਣਾ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਸਿਸਟਮ ਸ਼ੁਰੂ ਕੀਤਾ ਹੈ, ਉਹਦੇ ਵਿੱਚ ਕਿੰਨੇ ਜਿਹੜੇ ਲੋਕ ਨੇ ਕ੍ਰਿਸਚਨ ਬਣੇ ਹੋਏ ਸੀ, ਉਹ ਮੁੜ ਸਿੱਖੀ ਦੇ ਵਿੱਚ ਆਏ ਨੇ। ਜੇ ਇਹ ਉੱਥੋਂ ਆ ਕੇ ਕੰਮ ਹੋ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਇਹਨਾਂ ਕੰਮਾਂ ਵੱਲ ਧਿਆਨ ਦੇਵੇ, ਨਾ ਕਿ ਸਿੱਖਾਂ ਨੂੰ ਲੜਾਉਣ ਦੇ ਵਿੱਚ ਧਿਆਨ ਦੇਵੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਇੱਕ ਨਿਸ਼ਾਨਾ ਬਣਿਆ ਹੋਇਆ ਕਿ ਸਿੱਖਾਂ ਦੇ ਵਿੱਚ ਲੜਾਈ ਕਿੱਦਾਂ ਪੈਦਾ ਕਰੀਏ ਤੇ ਫਿਰ ਅਸੀਂ ਇਹ ਨਾਰਾ ਲਾ ਕੇ ਕਿ ਕੌਮ ਖਤਰੇ 'ਚ ਹੈ ਤੇ ਅਸੀਂ ਆਪਣੀ ਕੁਰਸੀ ਜਿਹੜੀ ਹੈ ਬਹਾਲ ਕਰੀਏ। ਇਹ ਸਿਰਫ ਤੇ ਸਿਰਫ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ, ਜਿਹੜੀ ਉਹਨਾਂ ਦੀ ਖੁਸ਼ੀ ਹੋਈ ਸ਼ਾਖ ਹੈ, ਉਸ ਨੂੰ ਬਚਾਉਣ ਵਾਸਤੇ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਲੱਗੀਆਂ ਹੋਈਆਂ ਨੇ। ਇਸ ਚੱਕਰ 'ਚ ਆਪਾਂ ਨਾ ਫਸੀਏ। ਆਓ ਤੁਸੀਂ ਵੀ ਆਓ ਹਰਿਆਣੇ 'ਚ, ਰਲ ਮਿਲ ਕੇ ਅਸੀਂ ਉੱਥੋਂ ਦੀ ਜਿਹੜੇ ਕਾਰਜ ਇੱਥੇ ਨਹੀਂ ਹੋ ਪਾ ਰਹੇ
ਉਹ ਅਸੀਂ ਉੱਥੇ ਕਰਕੇ ਤੇ ਸਿੱਖ ਕੌਮ ਦਾ ਭਲਾ ਕਰੀਏ, ਸਿੱਖ ਨੌਜਵਾਨਾਂ ਨੂੰ, ਸਿੱਖ ਦੀ ਜਵਾਨੀਆਂ ਨੂੰ ਸੰਭਾਲ ਲਈਏ, ਅਸੀਂ ਸਭ ਤੋਂ ਵੱਡੀ ਇਹ ਸੇਵਾ ਕਰ ਜਾਵਾਂਗੇ। ਇਸ ਕਰਕੇ ਵੀਰ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਕੋਈ ਸਰਕਾਰਾਂ ਨਾਲ ਨਹੀਂ ਮਿਲਿਆ ਹੋਇਆ, ਕੋਈ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਮਤਲਬ ਲਈ ਚੱਲਦੀ ਹੈ, ਕਿਸੇ ਵਾਸਤੇ ਨਹੀਂ ਚੱਲਦੀ। ਇਸ ਕਰਕੇ ਅੱਛਾ, ਦੂਸਰੀ ਬੇਨਤੀ ਮੈਂ ਇਹ ਵੀ ਕਰਦਾ, ਅਗਰ ਸਿੱਖਾਂ ਦਾ ਕੋਈ ਮਸਲਾ ਹੋਵੇ, ਜੇ ਹੁਣ ਆਪਣਾ ਮਸਲਾ ਹੈ ਜੇ ਕੈਦੀਆਂ ਨੂੰ ਰਿਹਾ ਕਰਾਉਣ ਦਾ, ਉਹ ਕਿਹਦੇ ਨਾਲ ਜਾ ਕੇ ਗੱਲ ਕਰੋਗੇ? ਕੋਈ ਹੋਰ ਬੰਦੇ ਨੇ ਜਿਨ੍ਹਾਂ ਨਾਲ ਗੱਲ ਕਰਾਂਗੇ? ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ ਪਏਗੀ, ਉਹ ਹੋਮ ਮਿਨਿਸਟਰ ਨਾਲ ਗੱਲ ਕਰਨੀ ਪਏਗੀ, ਫਿਰ ਬੀਜੇਪੀ ਨਾਲ ਗੱਲ ਕਰਨੀ ਪਏਗੀ। ਇਹਦਾ ਮਤਲਬ ਜਿਹੜਾ ਸਰਕਾਰ ਨਾਲ ਗੱਲ ਕਰੇਗਾ ਉਹ ਗਦਾਰ ਹੋ ਗਿਆ। ਇਹਨਾਂ ਗੱਲਾਂ ਨੂੰ ਨਾ ਕਰੋ। ਠੀਕ ਹੈ। ਢਿੰਗਰਾ ਜੀ ਇੱਕ ਵੱਡੀ ਗੱਲ ਕਹੀ ਜਿਹੜੀ ਕਿ ਧਰਮ ਪਰਿਵਰਤਨ ਦੀ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕ੍ਰਿਸਚਨ ਭਾਈਚਾਰੇ ਤੇ ਜਿਹੜੇ ਸਿੱਖ ਭਾਈਚਾਰੇ ਉਹਨਾਂ ਦੇ ਵਿਚਕਾਰ ਜਿਹੜਾ ਇੱਕ ਵਿਵਾਦ ਚੱਲ ਰਿਹਾ ਹੈ ਤੇ 27 ਸਤੰਬਰ ਨੂੰ ਇੱਕ ਪੰਜਾਬ ਬੰਦ ਦਾ ਐਲਾਨ ਵੀ ਜਿਹੜਾ ਹੈ ਕ੍ਰਿਸਚਨ ਕਮਿਊਨਿਟੀ ਵੱਲੋਂ ਕੀਤਾ ਗਿਆ ਹੈ। ਇਸ ਚੀਜ਼ ਨੂੰ ਲੈ ਕੇ ਸਵਾਲ ਜ਼ਰੂਰ ਇਹਨਾਂ ਨੇ ਖੜੇ ਕੀਤੇ, ਲੇਕਿਨ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਹੁਣ ਧਰਮ ਪਰਿਵਰਤਨ ਜ਼ੋਰਾਂ ਤੇ ਹੈ ਪੰਜਾਬ ਦੇ ਵਿੱਚ? ਹਾਂ, ਬਿਲਕੁਲ ਜ਼ੋਰਾਂ ਤੇ ਹੈ, ਕਿਉਂਕਿ ਤੁਸੀਂ ਅਜਨਾਲਾ ਤਹਿਸੀਲ ਦੇਖ ਲਓ ਔਰ ਉੱਥੇ ਤੁਸੀਂ ਦੇਖੋ ਕਿ ਕਿੰਨੀ ਵੱਡੀ ਜਿਹੜੀ ਹੈ ਇਹਨਾਂ ਨੇ ਜਿਹੜੀ ਗੱਲ ਕਹੀ, ਉੱਥੇ ਜਿਹੜੇ ਨੇ ਉਹ ਕ੍ਰਿਸਚੀਅਨ ਬਣ ਰਹੇ ਨੇ, ਬਣੇ ਨੇ। ਵਰਮਾ ਜੀ ਤੁਸੀਂ ਜਾਂ ਤੇ ਮੈਨੂੰ ਸਮਾਂ ਦੇ ਦਿਓ ਤੇ ਜਾਂ ਸਰਦਾਰ ਸਰਬਜੀਤ ਸਿੰਘ ਜੰਮੂ ਜੀ ਨੂੰ ਸਮਾਂ ਦੇ ਦਿਓ, ਕਿ ਗੱਲ ਕੱਟੀ ਜਾਣੀ। ਢਿੰਗਰਾ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਇੱਕ ਮਿੰਟ ਸਰਬਜੀਤ ਜੀ, ਮੈਂ ਸਵਾਲ ਪੁੱਛਿਆ ਸੀ ਜੀ, ਮੈਂ ਸਵਾਲ ਪੁੱਛਿਆ ਸੀ ਢਿੰਗਰਾ ਜੀ ਤੋਂ। ਢਿੰਗਰਾ ਜੀ ਉਹੀ ਧਰਮ ਪਰਿਵਰਤਨ ਵਾਲੀ ਗੱਲ ਦੀ ਅਸੀਂ ਗੱਲ ਕਰ ਰਹੇ ਕਿ ਕਿੰਨਾ ਕੀ ਜ਼ਿਆਦਾ ਧਰਮ ਪਰਿਵਰਤਨ ਹੁਣ ਪੰਜਾਬ ਦੇ ਵਿੱਚ ਵੱਧ ਗਿਆ ਹੈ, ਖਾਸ ਕਰ ਸਰਹੱਦੀ ਇਲਾਕਿਆਂ ਦੇ ਵਿੱਚ। ਇਹ ਗੱਲ ਬਿਲਕੁਲ ਠੀਕ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਬਾਰਡਰ ਬੈਲਟ ਹੈ ਜਾਂ ਜਿਹੜਾ ਪੰਜਾਬ ਦੇ ਵਿੱਚ ਜਿਹਨੂੰ ਐਸੀ ਭਾਈਚਾਰਾ ਕਹਿ ਦਿੱਤਾ ਜਾਂਦਾ ਹੈ, ਉਹਨਾਂ ਨੂੰ ਵੱਡੇ ਪੱਧਰ ਤੇ ਕਨਵਰਟ ਕਰਾਇਆ ਜਾ ਰਿਹਾ। ਸੱਚ ਨੂੰ ਗੱਲ ਉਹੀ ਹੋ ਰਹਿਣੀ ਹੈ, ਚਾਹੇ ਜਿੱਥੇ ਮਰਜ਼ੀ ਬਹਿ ਕੇ ਕਰ ਲਓ। ਝੂਠ ਨੂੰ ਹਰ ਵਾਰੀ ਨਵਾਂ ਪਰਦਾ ਪਾਉਣਾ ਪੈਂਦਾ। ਬਿਲਕੁਲ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਰਾਇਆ ਜਾ ਰਿਹਾ, ਉਹਦੇ ਵਾਸਤੇ ਪੰਜਾਬ ਦੀਆਂ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਰਹੇ ਨੇ। ਇਹਨਾਂ ਨੇ ਉਹੋ ਜਿਹੀ ਭੂਮਿਕਾ ਨਹੀਂ ਨਿਭਾਈ ਜਿਹੋ ਜਿਹੀ ਇਹਨਾਂ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਸੀ। ਇਹ ਗੱਲ ਸੱਚ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਇਹਦੀ ਆੜ ਦੇ ਵਿੱਚ ਸਾਡੇ ਘਰੇ ਕੋਈ ਜੋ ਮਰਜ਼ੀ ਆ ਜਾਵੇ, ਜੋ ਮਰਜ਼ੀ ਕਹਿ ਜਾਵੇ, ਅਸੀਂ ਉਹਨੂੰ ਪ੍ਰਵਾਨ ਕਰ ਲਈਏ। ਸਰਦਾਰ ਸਰਬਜੀਤ ਸਿੰਘ ਜੰਮੂ ਜੀ ਨੇ ਗੱਲ ਕਹੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਹਨੇ ਸਰਸੇ ਵਾਲੇ ਬਾਬੇ ਨੂੰ ਮਾਫ ਕਰਨ ਦੇ ਪੋਸਟਰ ਲਵਾਏ, ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਉਹ ਇਸ਼ਤਿਹਾਰ ਜਾਰੀ ਕੀਤੇ ਗਏ। ਜੇ ਉਹਨਾਂ ਨੇ ਇਹ ਗਲਤੀ ਕੀਤੀ ਤੇ ਪੰਜਾਬ ਦੇ ਲੋਕਾਂ ਨੇ ਅੱਜ ਉਹਨਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ। ਉਹੀਓ ਸਰਕਾਰ ਭਾਜਪਾ ਦੀ ਜਿਹੜੀ ਸਰਸੇ ਵਾਲੇ ਨੂੰ ਬਾਰ-ਬਾਰ ਪੈਰੋਲ ਦਿੰਦੀ ਹੈ, ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰਦੀ ਹੈ। ਅਸੀਂ ਉਸੇ ਸਰਕਾਰ ਦੇ ਕੋਲ ਜਾ ਕੇ ਉਹਨਾਂ ਨੂੰ ਕਹੀਏ ਵੀ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਸਿੱਖਾਂ ਵਾਸਤੇ ਵੱਖਰੀ ਗੁਰਦੁਆਰਾ ਕਮੇਟੀ ਬਣਾ ਦਿੱਤੀ। ਇਹ ਹੋ ਸਕਦਾ? ਇਹ ਦੋ ਗੱਲਾਂ ਕਿਵੇਂ ਕਹੀਆਂ ਜਾ ਸਕਦੀਆਂ ਨੇ? ਜੇਕਰ ਸਰਸੇ ਵਾਲੇ ਦਾ ਅਕਾਲੀ ਦਲ ਸਾਥ ਦੇਵੇ ਤੇ ਅਕਾਲੀ ਦਲ ਗਲਤ, ਜੇ ਸਰਸੇ ਵਾਲੇ ਦਾ ਸਾਥ ਭਾਜਪਾ ਦੇਵੇ ਤੇ ਭਾਜਪਾ ਚੰਗੀ। ਦੋਨੋਂ ਸਰਕਾਰਾਂ ਮਾੜੀਆਂ ਨੇ ਜਿਹੜੀਆਂ ਸਰਸੇ ਵਾਲੇ ਦਾ ਸਾਥ ਦੇਣ। ਸਾਨੂੰ ਇਸ ਗੱਲ ਵਾਸਤੇ ਦ੍ਰਿੜ ਹੋਣਾ ਪਵੇਗਾ। ਜਿਹੜੇ ਵੀ ਲੋਕ ਸਿੱਖਾਂ ਦੇ ਵਿਰੁੱਧ ਭੁਗਤ ਰਹੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ, ਕਿਸੇ ਵੀ ਧੜੇ ਨਾਲ ਸੰਬੰਧ ਰੱਖਣੇ ਨੇ, ਸਾਨੂੰ ਇੱਕ ਲੀਕ ਖਿੱਚਣੀ ਪਵੇਗੀ ਵੀ ਇਹ ਲੋਕ ਸਿੱਖਾਂ ਦੇ ਵਿਰੋਧੀ ਨੇ, ਇਹਨਾਂ ਦੀ ਮਨਸ਼ਾ ਸਿੱਖਾਂ ਦੇ ਪ੍ਰਤੀ ਠੀਕ ਨਹੀਂ। ਚਾਹੇ ਉਹ ਕੋਈ ਅਕਾਲੀ ਦਲ ਦਾ ਆਗੂ ਵੀ ਹੋਵੇ, ਜੇਕਰ ਕੋਈ ਅਕਾਲੀ ਦਲ ਦਾ ਆਗੂ ਵੀ ਕਿਸੇ ਡੇਰੇ ਦੇ ਵਿੱਚ ਜਾਵੇ ਤਾਂ ਉਹ ਉਹੋ ਜਿਹਾ ਹੀ ਪਾਤਰ ਹੈ ਜਿਹੋ ਜਿਹੇ ਬਾਕੀ ਨੇ। ਅਸੀਂ ਉਹਨਾਂ ਨੂੰ ਇੱਕੋ ਸ਼੍ਰੇਣੀ ਦੇ ਵਿੱਚ ਖੜੇ ਕਰਾਂਗੇ। ਲੇਕਿਨ ਅੱਜ ਜਦੋਂ ਗੱਲ ਹੋ ਰਹੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਅੱਜ ਮੁੱਦਾ ਇਹ ਹੈ, ਅੱਜ ਬਾਕੀ ਮੁੱਦੇ ਨਹੀਂ। ਜੇ ਗੱਲ ਕਰਨੀ ਬਾਕੀ ਮੁੱਦਿਆਂ ਤੇ ਤੁਸੀਂ ਵੱਖਰੇ ਤੌਰ ਤੇ ਡਿਬੇਟ ਰੱਖ ਸਕਦੇ ਹੋ, ਤੁਸੀਂ ਉਹਦੇ 'ਚ ਸਮਾਂ ਦਿਓ, ਮੈਂ ਜ਼ਰੂਰ ਉਹਦੇ 'ਚ ਹਾਜ਼ਰ ਹੋਵਾਂਗਾ। ਕਿਉਂਕਿ ਮੈਂ ਵਿਚਾਰ ਰੱਖਦਾ ਪਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਇਹਨਾਂ ਨੇ ਜਿਹੜੇ ਸੰਬੋਧਨ ਹੋਏ ਨੇ, ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਸਵਾਲ ਸਾਰੇ ਕੀਤੇ ਨੇ। ਇਹਦੇ ਵਿੱਚ ਤੁਹਾਨੂੰ ਚਾਹੀਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਕੋਈ ਨਾ ਕੋਈ ਬੁਲਾਰਾ ਜ਼ਰੂਰ ਹੁੰਦਾ। ਲੇਕਿਨ ਮੈਂ ਬਤੌਰ ਇੱਕ ਆਮ ਸਿੱਖ ਗੱਲ ਕਰਦਾ ਵਾਂ ਵੀ ਜਿਹੜੇ ਪੰਜਾਬ ਦੇ ਸਿੱਖ ਨੇ ਜਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਹੈ। ਚਾਹੇ ਇਹ ਕਹਿ ਰਹੇ ਨੇ ਵੀ ਸਾਨੂੰ ਲੋੜ ਪਵੇਗੀ ਤਾਂ ਅਸੀਂ ਕੇਂਦਰ ਕੋਲ ਹੀ ਜਾਵਾਂਗੇ, ਇਹ ਸਿੱਖਾਂ ਵਾਸਤੇ ਬੜੀ ਵੱਡੀ ਮਜਬੂਰੀ ਹੈ। ਜਿਹੜਾ ਹੀ ਸਾਡਾ ਕਾਤਲ ਹੈ ਉਹ ਸਾਡਾ ਮੁਨਸਫ ਹੈ, ਸਾਨੂੰ ਬਾਰ-ਬਾਰ ਉਹਦੇ ਕੋਲ ਜਾਣਾ ਪੈਂਦਾ। ਕੇਂਦਰ ਦੀ ਸਰਕਾਰਾਂ ਨੇ ਸਿੱਖਾਂ ਦੇ ਹੱਕਾਂ ਤੇ ਡਾਕਾ ਮਾਰਿਆ ਕਿ ਨਹੀਂ ਮਾਰਿਆ, ਇਸ ਗੱਲ ਵਾਸਤੇ ਸਪਸ਼ਟ ਕਰ ਦੇਣ। ਕਾਂਗਰਸ ਨੇ ਮਾਰਿਆ ਕਿ ਨਹੀਂ ਮਾਰਿਆ, ਇਹ ਤੇ ਸਪਸ਼ਟ ਕਰ ਦੇਣ। ਭਾਜਪਾ ਨੇ ਮਾਰਿਆ ਕਿ ਨਹੀਂ ਮਾਰਿਆ, ਇਸ ਗੱਲ ਤੇ ਸਪਸ਼ਟ ਕਰ ਦੇਣ। ਸਾਨੂੰ ਇਹ ਜਿਹੜੀਆਂ ਵੀ ਸਰਕਾਰਾਂ ਨੇ, ਚਾਹੇ ਅੱਜ ਪੰਜਾਬ ਦੇ ਵਿੱਚ ਅੱਜ ਦੀ ਸਰਕਾਰ ਹੈ, ਇਹ ਸਾਡੇ ਸਿੱਖਾਂ ਵਾਸਤੇ ਬੜੇ ਵੱਡੇ ਪੱਧਰ ਤੇ ਨਿਰਾਸ਼ਾ ਦਾ ਆਲਮ ਹੈ ਕਿ ਅਸੀਂ ਆਪਣੀ ਸਾਡੀ ਕੋਈ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਜਿਹੜੀ ਸਰਕਾਰ ਸਿੱਖਾਂ ਦੀ ਗੱਲ ਕਰ ਸਕੇ, ਜਿਹੜੀ ਸਰਕਾਰ ਸਿੱਖਾਂ ਦੇ ਮੁੱਦੇ ਚੁੱਕ ਸਕੇ। ਅਸੀਂ ਅੱਜ ਲੀਡਰਲੈਸ ਹੁੰਦੇ ਜਾ ਰਹੇ ਹਾਂ, ਸਾਡੇ ਕੋਲ ਕੋਈ ਧਾਰਮਿਕ ਆਗੂ ਮੌਜੂਦ ਨਹੀਂ। ਸਰਬਜੀਤ ਸਿੰਘ ਜੰਮੂ ਜੀ ਨੇ ਜਿਹੜੀਆਂ ਗੱਲਾਂ ਕਹੀਆਂ, ਇਹ ਸਾਰੀਆਂ ਗੱਲਾਂ ਵੱਡੀ ਗਿਣਤੀ ਦੇ ਵਿੱਚ ਸਿਆਸੀ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਜਮਾਤ ਹੈ।
ਲੇਕਿਨ ਅੱਜ ਦੀ ਜਿਹੜੀ ਸਮੱਸਿਆ ਪੈਦਾ ਹੋਈ ਹੈ ਇਹ ਧਾਰਮਿਕ ਸਮੱਸਿਆ ਹੈ। ਇਹ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਕੋਲੋਂ ਚਲੇ ਜਾਣਾ, ਰਾਜ ਦੇ ਵਿੱਚ ਕੋਈ ਆਵੇ ਚਾਹੇ ਨਾ ਆਵੇ ਇਸ ਗੱਲ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਲੇਕਿਨ ਜਦੋਂ ਰਾਜ ਧਰਮ ਦੇ ਉੱਤੇ ਹਾਵੀ ਹੁੰਦਾ ਜਾਵੇ ਇਹ ਗੱਲ ਸਿੱਖਾਂ ਵਾਸਤੇ ਬੜੀ ਗੰਭੀਰ ਹੈ। ਔਰ ਜੋ ਮੀਰੀ ਪੀਰੀ ਦਾ ਸਿਧਾਂਤ ਤੇ ਸਾਡਾ ਸਿਧਾਂਤ ਕਹਿੰਦਾ ਧਰਮ ਦਾ ਹਮੇਸ਼ਾ ਰਾਜਨੀਤੀ ਦੇ ਉੱਤੇ ਕੁੰਡਾ ਹੈ, ਸਾਨੂੰ ਉਸ ਗੱਲ ਤੇ ਮੁੜ ਕੇ ਪਹਿਰਾ ਦੇਣ ਦੀ ਲੋੜ ਹੈ। ਜੇ ਸਰਦਾਰ ਸਰਬਜੀਤ ਸਿੰਘ ਜੰਮੂ ਕਹਿ ਰਹੇ ਨੇ ਵੀ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਚੰਗੇ ਬੰਦੇ ਨਹੀਂ, ਤੇ ਮੈਂ ਇਹਨਾਂ ਨੂੰ ਕਹਿੰਦਾ ਵਾਂ ਇਹ ਬਹੁਤ ਚੰਗੇ ਨੇ, ਇਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਚੋਣ ਲੜਨੀ ਚਾਹੀਦੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਣਾ ਚਾਹੀਦਾ ਤਾਂ ਜੋ ਕੋਈ ਪੰਜਾਬ ਦੇ ਵਿੱਚੋਂ ਵੀ ਚੰਗਾ ਬੰਦਾ ਚਲਾ ਜਾਵੇ ਤੇ ਹਰਿਆਣੇ ਨੂੰ ਅਸੀਂ ਹਰਿਆਣੇ ਦੇ ਸਿੱਖਾਂ ਵਾਸਤੇ ਛੱਡ ਦਈਏ। ਜੇ ਰਿਪਰੈਜ਼ੈਂਟੇਸ਼ਨ ਦੀ ਗੱਲ ਹੀ ਹੈ, ਜੇ ਰਿਪਰੈਜ਼ੈਂਟੇਸ਼ਨ ਕਰਾਣੀ ਤੇ ਉੱਥੋਂ ਦੇ ਨੂੰ ਕਰਾਣੀ ਚਾਹੀਦੀ ਹੈ। ਸਮੱਸਿਆ ਹੈ ਹੀ ਨਹੀਂ। ਜਿਹੜੇ ਅੱਜ ਉਸ ਵੇਲੇ ਕਹਿ ਰਹੇ ਸੀਗੇ ਕਿ ਇਹ ਸਾਨੂੰ ਹਰਿਆਣਾ ਕਮੇਟੀ ਚਾਹੀਦੀ ਹੈ, ਜੇ ਬਹੁਤੇ ਲੋਕ ਉਹਦੇ ਤੋਂ ਪਿੱਛੇ ਹੋ ਗਏ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਕੋਲੋਂ ਇਹ ਬਿਆਨ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੇ ਲਈ ਦਵਾਏ ਗਏ ਸੀਗੇ। ਔਰ ਅੱਜ ਵੀ ਮੈਂ ਸਰਦਾਰ ਸਰਬਜੀਤ ਸਿੰਘ ਜੰਮੂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਉਹ ਹਰਿਆਣਾ ਕਮੇਟੀ ਨੇ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਨੇ, ਉਹ ਉੱਥੇ ਸੇਵਾਵਾਂ ਨਿਭਾ ਰਹੇ ਨੇ। ਹਰੇਕ ਸਿੱਖ ਜਿੱਥੇ ਸੇਵਾਵਾਂ ਨਿਭਾਵੇ ਉਹ ਸ਼ਲਾਘਾਯੋਗ ਹੈ, ਲੇਕਿਨ ਸਾਨੂੰ ਆਪਣੇ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਰੂਰ ਤਕੜਾ ਰੱਖਣਾ ਚਾਹੀਦਾ। ਸਾਡੀ ਇਹਦੇ ਵਿੱਚ ਹੀ ਸ਼ਾਨ ਵਧੇਗੀ। ਢਿੰਗਰਾ ਜੀ, ਇੱਕ ਸਵਾਲ ਮੇਰਾ ਇਹ ਵੀ ਹੈ, ਜਿਵੇਂ ਅੱਜ SGPC ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੀਗੀ, ਉਹਨਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਰੱਦ ਕੀਤਾ ਹੈ ਕਿ ਅਜਿਹੀ ਮੀਟਿੰਗਸ ਦੇ ਵਿੱਚ ਰੱਦ ਕੀਤਾ ਜਾ ਸਕਦਾ, ਅਜਿਹਾ ਕੋਈ ਪ੍ਰਾਵਧਾਨ ਹੈਗਾ? ਮੈਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਧਰ ਤੇ ਕੀ ਕੀਤਾ ਮੈਂ ਉਹਦੇ ਬਾਰੇ ਨਹੀਂ ਜਾਣਨਾ ਚਾਹੁੰਦਾ। ਮੈਂ ਤੁਹਾਨੂੰ ਐਜ਼ ਅ ਐਡਵੋਕੇਟ ਪੁੱਛ ਰਹੀ ਹਾਂ ਇਹ ਗੱਲ। ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਤੁਹਾਨੂੰ ਕਾਨੂੰਨੀ ਪੱਖ ਦੱਸਣ ਲੱਗਾ ਵਾਂ। ਇਸ ਤੋਂ ਪਹਿਲਾਂ ਦੇਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਸੁਪਰੀਮ ਕੋਰਟ ਤੇ ਆਏ ਨੇ ਜਿਨ੍ਹਾਂ ਫੈਸਲਿਆਂ ਨੂੰ ਲੋਕਾਂ ਨੇ ਵਿਰੋਧ ਜਤਾਇਆ ਤੇ ਦੇਸ਼ ਦੀ ਪਾਰਲੀਮੈਂਟ ਨੇ ਉਹਨਾਂ ਫੈਸਲਿਆਂ ਨੂੰ ਬਦਲਿਆ। ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ 2 ਫੈਸਲੇ ਦੱਸ ਦਿੰਦਾ ਵਾਂ। ਆਮ ਤੌਰ ਤੇ ਅਸੀਂ ਅਦਾਲਤਾਂ ਦੇ ਵਿੱਚ ਚੈੱਕਾਂ ਦੇ ਕੇਸ ਲੜਦੇ ਹਾਂ, 138 ਦੇ ਕੇਸ ਹੁੰਦੇ ਨੇ। ਸੁਪਰੀਮ ਕੋਰਟ ਦਾ ਇਹ ਫੈਸਲਾ ਆ ਗਿਆ ਵੀ ਜਿਸ ਬੰਦੇ ਨੇ ਪੈਸੇ ਲੈਣੇ ਨੇ ਉਹਨੂੰ ਉੱਥੇ ਜਾ ਕੇ ਕੇਸ ਕਰਨਾ ਪਵੇਗਾ। ਵੀ ਮਿਸਾਲ ਦੇ ਤੌਰ ਤੇ ਮੈਂ ਪੰਜਾਬ ਦਾ ਰਹਿਣ ਵਾਲਾ ਵਾਂ, ਮੈਂ ਕਿਸੇ ਬੰਬਈ ਦੇ ਬੰਦੇ ਕੋਲ ਪੈਸੇ ਲੈਣੇ ਨੇ ਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਵੀ ਮੈਨੂੰ ਬੰਬੇ ਜਾ ਕੇ ਕੇਸ ਕਰਨਾ ਪਵੇਗਾ। ਇਹਦੇ ਅਗੇਂਸਟ ਵੱਡੇ ਪੱਧਰ ਤੇ ਲੋਕ ਮਤ ਪੈਦਾ ਹੋਇਆ ਇਹਦੇ ਵਿਰੋਧ ਵਿੱਚ ਵੀ ਇਹ ਤਾਂ ਗੱਲ ਗਲਤ ਹੈ। ਇੱਕ ਤੇ ਮੈਂ ਪੰਜਾਬ ਦੇ ਵਿੱਚ ਸਮਾਨ ਵੇਚਿਆ, ਮਿਸਾਲ ਦੇ ਤੌਰ ਤੇ ਜਲੰਧਰ ਦੇ ਵਿੱਚ ਵੇਚਿਆ ਤੇ ਮੈਨੂੰ ਜਲੰਧਰ ਹੀ ਪੈਸੇ ਮਿਲਣੇ ਚਾਹੀਦੇ ਨੇ। ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਵੀ ਨਹੀਂ ਜੀ ਇਹ ਗਲਤ ਹੈ, ਬੰਬੇ ਦੇ ਵਿੱਚ ਮਿਲਣੇ ਚਾਹੀਦੇ ਨੇ ਜਿੱਥੇ ਕੋਈ ਬੰਦਾ ਰਹਿ ਰਿਹਾ। ਤੇ ਉਹਦੇ ਖਿਲਾਫ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਐਕਟ ਦੀ ਅਮੈਂਡਮੈਂਟ ਕੀਤੀ ਗਈ ਤੇ ਉਹਨੂੰ ਦੁਬਾਰਾ ਉਸੇ ਤਰ੍ਹਾਂ ਲਾਗੂ ਕੀਤਾ ਗਿਆ ਜਿਸ ਤਰ੍ਹਾਂ ਉਹ ਪਹਿਲਾਂ ਸੀ। ਇਸੇ ਤਰ੍ਹਾਂ ਹੀ SC ST ਐਕਟ ਦੇ ਵਿੱਚ ਸੁਪਰੀਮ ਕੋਰਟ ਨੇ ਅਮੈਂਡਮੈਂਟ ਕਰ ਦਿੱਤੀ। ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਵੀ ਇਹਦੇ ਵਿੱਚ ਕੁਝ ਤਰਮੀਮਾਂ ਕਰਨ ਦੀ ਲੋੜ ਹੈ, ਲੇਕਿਨ ਵੱਡੇ ਪੱਧਰ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਸੀ ਉਹਨਾਂ ਨੇ ਵਿਰੋਧ ਜਤਾਇਆ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੁਬਾਰਾ ਤੋਂ ਉਸ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਤੇ ਜਿਹੜੀਆਂ ਧਾਰਾਵਾਂ ਨੂੰ ਸੁਪਰੀਮ ਕੋਰਟ ਨੇ ਅਵੈਧ ਘੋਸ਼ਿਤ ਕਰਤਾ ਸੀਗਾ ਉਹਨੂੰ ਦੁਬਾਰਾ ਤੋਂ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਜੀ। ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਗੱਲ ਹੈ ਉਹ ਜੇਕਰ ਇਹਦੇ ਤੇ ਲੋਕ ਰਾਏ ਬਣਾ ਲੈਂਦੇ ਨੇ ਤੇ ਦੇਸ਼ ਦੀ ਪਾਰਲੀਮੈਂਟ ਨੂੰ ਮਜਬੂਰ ਕਰ ਦਿੰਦੇ ਨੇ ਕਿ ਉਹ ਇਸ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਦੇ ਖਿਲਾਫ ਜੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾ ਕੇ ਇਹਨੂੰ ਅਮੈਂਡ ਕਰਨ ਤੇ ਉਹ ਕੀਤਾ ਜਾ ਸਕਦਾ। ਉਹਨਾਂ ਦੀ ਜਿਹੜੀ ਮੰਗ ਹੈ ਬਿਲਕੁਲ ਕਾਨੂੰਨੀ ਤੌਰ ਤੇ ਕਰ ਸਕਦੇ ਨੇ। ਠੀਕ ਹੈ। ਸਰਬਜੀਤ ਜੀ, ਜਿਹੜੀ ਗੱਲ ਢਿੰਗਰਾ ਜੀ ਨੇ ਕਹੀ ਤੁਸੀਂ ਸੁਣੀ ਵੀ ਹੋਣੀ ਕਿ ਜੇਕਰ ਤੁਸੀਂ SGPC ਨੂੰ ਬਿਹਤਰ ਕਰਨਾ ਚਾਹੁੰਦੇ ਤਾਂ ਤੁਸੀਂ ਪੰਜਾਬ ਆ ਕੇ ਕਿਉਂ ਨਹੀਂ ਉਹ ਚੀਜ਼ ਕਰਦੇ ਹੋ? ਹਰਿਆਣਾ ਦੇ ਲਈ ਹਰਿਆਣਾ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਨੁਮਾਇੰਦਗੀ, ਉਹਨਾਂ ਨੂੰ ਜਿਹੜੀ ਉੱਥੇ ਨੁਮਾਇੰਦਗੀ ਕਰਨੀ ਚਾਹੀਦੀ ਹੈ। ਇਸ ਦਾ ਕੀ ਜਵਾਬ ਹੈ ਸਰ? ਮੈਂ ਸਰ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਸਰਬਜੀਤ ਜੀ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਪਾ ਰਹੀ ਹੈ। ਹੁਣ ਠੀਕ ਹੈ ਜੀ? ਹਾਂਜੀ ਜੀ ਸਰ। ਮੈਂ ਕਹਿ ਰਿਹਾ ਜੀ ਜਿਹੜੇ ਢਿੰਗਰਾ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਸਿਰਸਾ ਸਾਧ ਨੂੰ ਜਦੋਂ ਪਰੋਲ ਦਿੱਤੀ ਗਈ ਇਲੈਕਸ਼ਨਾਂ ਦੌਰਾਨ ਤਾਂ ਉਸ ਵੇਲੇ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਬੜੇ ਠੋਕਵੇਂ ਲਹਿਜੇ ਦੇ ਵਿੱਚ ਇਸ ਦਾ ਵਿਰੋਧ ਕੀਤਾ ਸੀ ਔਰ ਖੱਟੜ ਸਰਕਾਰ ਨੂੰ ਮਿਲ ਕੇ ਇਹਦੇ ਲਈ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਸੀ ਕਿ ਇਹ ਪਰੋਲ ਜਿਹੜੀ ਹੈ ਰੱਦ ਕੀਤੀ ਜਾਵੇ। ਔਰ ਉਸ ਵੇਲੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹੀ ਗਈ ਸੀਗੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ। ਉਹਨਾਂ ਨੇ ਕੋਈ ਇਹਦਾ ਸਵਾਗਤ ਨਹੀਂ ਸੀ ਕੀਤਾ, ਉਹਦਾ ਵਿਰੋਧ ਜਤਾਇਆ ਸੀ, ਚਾਹੇ ਉਹ BJP ਦੀ ਸਰਕਾਰ ਸੀਗੀ। ਇਸ ਕਰਕੇ ਇਹ ਕਹਿਣਾ ਕਿ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਤੇ ਅਸੀਂ ਉਹਨਾਂ ਦੇ ਹੋ ਜਾਂਦੇ ਹਾਂ, ਸਿੱਖ ਸਿਧਾਂਤ ਨੂੰ ਸਾਹਮਣੇ ਰੱਖ ਕੇ ਫਿਰ ਗੱਲ ਕੀਤੀ ਜਾਂਦੀ ਹੈ। ਕੋਈ ਕਿਸੇ ਦਾ ਜਿਹੜਾ ਇਸ ਤਰ੍ਹਾਂ ਸਵਾਗਤ ਨਹੀਂ ਕੀਤਾ ਜਾਂਦਾ, ਨਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕੀਤਾ ਹੈ। ਜਿੱਥੋਂ ਤੱਕ ਇਹ ਸੇਵਾ ਸੰਭਾਲ ਦੀ ਗੱਲ ਕਰਦੇ ਨੇ
ਮੈਨੂੰ ਐਜ ਉੱਥੇ ਸਕੱਤਰ ਦੇ ਤੌਰ ਦੇ ਉੱਤੇ ਸੇਵਾ ਦਿੱਤੀ ਗਈ ਹੈ, ਉਹ ਕੋਈ ਵੀ ਕਿਤੇ ਜਾ ਕੇ ਕਰ ਸਕਦਾ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀਆਂ ਸੇਵਾਵਾਂ ਲੈਣੀਆਂ ਚਾਹੇਗੀ ਤੇ ਮੈਂ ਹੱਸ ਕੇ ਆਵਾਂਗਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜਿੱਥੇ ਸੇਵਾ ਮਿਲੀ ਹੈ, ਰਿਪਰੈਜ਼ੈਂਟੇਸ਼ਨ ਹਰਿਆਣਾ ਦੇ ਸਿੱਖਾਂ ਦੀ ਹੋਈ ਹੈ, ਉੱਥੇ ਮੈਂ ਰਿਪਰੈਜ਼ੈਂਟ ਨਹੀਂ ਕਰ ਰਿਹਾ, ਉੱਥੇ ਹਰਿਆਣਾ ਦੇ ਸਿੱਖ ਹੀ ਰਿਪਰੈਜ਼ੈਂਟ ਕਰ ਰਹੇ ਨੇ। ਔਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਹਰਿਆਣਾ ਦੇ ਵਸਨੀਕ ਨੇ, ਪਿਛਲੇ 25-30 ਸਾਲਾਂ ਤੋਂ ਹਰਿਆਣਾ ਦੇ ਵਿੱਚ ਹੀ ਉਹ ਰਹਿ ਰਹੇ ਨੇ। ਇਸ ਕਰਕੇ ਇਹ ਗੱਲ ਕਹਿਣੀ ਕਿ ਉਹ ਪੰਜਾਬ ਤੋਂ ਜਾ ਕੇ ਉੱਥੇ ਬੈਠੇ ਨੇ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਨੋਮੀਨੇਸ਼ਨ ਹੋਈ ਹੈ ਤੇ ਉਸ ਵੇਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਹਰਿਆਣਾ ਦੇ ਵਸਨੀਕ ਕਰਕੇ ਨੋਮੀਨੇਟ ਕੀਤਾ ਗਿਆ। ਇਸ ਕਰਕੇ ਇਦਾਂ ਦੀਆਂ ਭਰਮ ਭੁਲੇਖੇ ਵਾਲੀਆਂ ਗੱਲਾਂ ਨਾ ਕਰੋ। ਸਗੋਂ ਮੈਂ ਫਿਰ ਬਾਰ-ਬਾਰ ਕਹਿਣਾ ਕਿ ਜਿਹੜੀਆਂ ਊਨਤਾਈਆਂ ਨੇ ਉਹਨਾਂ ਨੂੰ ਮਿਲ ਬੈਠ ਕੇ ਆਪਾਂ ਵਿਚਾਰ ਅਧੀਨ ਕਰ ਸਕਦੇ ਹਾਂ। ਇਸ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਰਲ ਮਿਲ ਕੇ ਹੀ ਤਾਂ ਹੀ ਅਸੀਂ ਸਿੱਖ ਕੌਮ ਦਾ ਕੋਈ ਸਵਾਰ ਸਕਦੇ ਹਾਂ। ਇੰਨੀਆਂ ਮੇਰੀਆਂ ਬੇਨਤੀਆਂ। ਸਰਬਜੀਤ ਜੀ, ਹੁਣ ਅੱਜ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਕਿ ਧਾਮੀ ਜੀ ਨੇ ਕੀ ਕੁਝ ਕਿਹਾ, ਅਗਲੀ ਰਣਨੀਤੀ ਹੁਣ ਕੀ ਰਹੇਗੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ? ਅਸੀਂ ਤੇ ਬੇਨਤੀ ਪ੍ਰਧਾਨ ਜੀ ਨੇ ਕੀਤੀ ਹੈ, ਜਥੇਦਾਰ ਬਲਜੀਤ ਦਾਦੂਵਾਲ ਜੀ ਨੇ, ਕਿ ਸਿੱਖ ਕੌਮ ਦਾ 5 ਰੁਪਏ 10 ਰੁਪਏ ਜਿਹੜਾ ਮੱਥਾ ਟੇਕਿਆ ਹੈ ਉਹਨੂੰ ਅਸੀਂ ਬਰਬਾਦ ਨਾ ਕਰੀਏ ਕੋਟਾਂ ਦੇ ਵਿੱਚ। ਅਸੀਂ ਮਿਲ ਬੈਠ ਕੇ ਵਿਚਾਰ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਜਿੱਠ ਸਕਦੇ ਹਾਂ। ਸਾਨੂੰ ਆਪਸ 'ਚ ਬੈਠ ਕੇ ਇਹ ਗੱਲਾਂ ਨਜਿੱਠਣੀਆਂ ਚਾਹੀਦੀਆਂ ਨੇ। ਜੇ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਿਆ ਗਿਆ ਹੈ ਤਾਂ ਧਾਮੀ ਜੀ ਨੇ ਆਪਣੇ ਪੱਲੋਂ ਪੈਸੇ ਨਹੀਂ ਲਾਏ, ਗੁਰੂ ਦੀ ਗੋਲਕ ਲੱਗੀ ਹੈ। ਜੇ ਹਰਿਆਣਾ ਕਮੇਟੀ ਨੇ ਲੜਿਆ ਹੈ ਤੇ ਉੱਥੇ ਵੀ ਗੁਰੂ ਦੀ ਗੋਲਕ ਲੱਗੀ ਹੈ। ਇਸ ਕਰਕੇ ਇਸ ਗੋਲਕ ਨੂੰ ਬਚਾਈਏ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਇਸ ਨੂੰ ਵਰਤੀਏ, ਤਾਂ ਹੀ ਚੰਗਾ ਹੋਏਗਾ। ਸਾਡੀ ਰਣਨੀਤੀ ਇਹ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਸ 'ਚ ਬੈਠ ਕੇ ਇਸ ਮਸਲੇ ਨੂੰ ਨਜਿੱਠ ਲਈਏ ਤੇ ਕੌਮ ਦੇ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਫਿਲਹਾਲ ਜਿਹੜੇ ਹਰਿਆਣਾ ਦੇ ਗੁਰਦੁਆਰਾ ਨੇ ਕੀ ਆਦੇਸ਼ ਦਿੱਤੇ ਗਏ ਨੇ ਉਹਨਾਂ ਨੂੰ ਜ਼ਰੂਰ ਜੀ ਆਦੇਸ਼ ਦਿੱਤੇ ਗਏ ਨੇ ਕਿ ਹੁਣ ਕਿਉਂਕਿ ਹਰਿਆਣਾ ਕਮੇਟੀ ਜਿਹੜੀ ਆ ਉਹ ਵੈਲਿਡ ਹੋ ਗਈ ਹੈ, ਇਸ ਕਰਕੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਨੇ ਜਾਂ ਪ੍ਰਧਾਨ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਅੱਜ ਤੋਂ ਬਾਅਦ ਜਦੋਂ ਦਾ ਐਕਟ ਬਣਿਆ ਹੈ ਉਸ ਤੋਂ ਬਾਅਦ ਕੋਈ ਵੀ ਜਿਹੜਾ ਲੈਣ ਦੇਣ ਹੈ ਜਾਂ SGPC ਨੂੰ ਜਿਹੜੇ ਫੰਡ ਜਾਂਦੇ ਨੇ ਉਹ ਨਾ ਭੇਜੇ ਜਾਣ, ਉਹ ਰੋਕ ਦਿੱਤੇ ਜਾਣ। ਜਿਹੜੇ ਉਹਨਾਂ ਦੇ ਰੋਜ਼ਾਨਾ ਦੇ ਖਰਚੇ ਨੇ ਉਹਨਾਂ ਨੂੰ ਚਾਲੂ ਰੱਖਿਆ ਜਾਵੇ। ਇਹ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਹਦਾਇਤ ਵੀ ਕਰਦੇ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਹੋਣ ਦੇ ਨਾਤੇ ਕਿ ਕੋਈ ਵੀ ਜਿਹੜਾ ਫੰਡ ਤੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਸੰਬੰਧਿਤ ਮੈਨੇਜਰ ਤੇ ਜਿਹੜਾ ਸੰਬੰਧਿਤ ਪ੍ਰਧਾਨ ਹੈ ਉਹਦੇ ਖਿਲਾਫ ਹੋ ਸਕਦੀ ਹੈ। ਇਸ ਕਰਕੇ ਸਾਡੀ ਇਹ ਬੇਨਤੀ ਹੈ। ਦੂਸਰੇ ਪਾਸੇ ਅਸੀਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਕਿ ਆਓ ਮਿਲ ਬੈਠ ਕੇ ਇਸ ਮਸਲੇ ਨੂੰ ਆਪਾਂ ਮਿਲ ਬੈਠ ਕੇ ਹੱਲ ਕਰ ਲਈਏ। ਕੌਮ ਨੂੰ ਦੁਬਿਧਾ ਵਿੱਚ ਨਾ ਪਾਓ, ਕੌਮ ਨੂੰ ਲੜਾਈ ਵਿੱਚ ਨਾ ਪਾਓ। ਆਪਾਂ ਕੌਮ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ, ਸਹੀ ਧਰਮ ਪਰਿਵਰਤਨ ਹੋ ਰਿਹਾ, ਐਜੂਕੇਸ਼ਨ ਦਾ ਮਸਲਾ ਸਾਹਮਣੇ ਆ ਰਿਹਾ, ਸਿਹਤ ਦਾ ਮਸਲਾ ਆ ਰਿਹਾ, ਚਿੱਟੇ ਨਸ਼ੇ ਦਾ ਐਡਾ ਵੱਡਾ ਮਸਲਾ ਹੈ ਪੰਜਾਬ ਦੇ ਵਿੱਚ, ਬਾਕੀ ਥਾਵਾਂ ਦੇ ਉੱਤੇ, ਉਸ ਨੂੰ ਨਜਿੱਠਣ ਲਈ ਆਪਾਂ ਕੋਈ ਕਦਮ ਪੁੱਟੀਏ, ਰਲ ਮਿਲ ਕੇ ਪੁੱਟੀਏ। ਇਹ ਅਪੀਲ ਕਰਦਾ ਹੋਇਆ ਮੈਂ ਤੁਹਾਡੇ ਚੈਨਲ ਤੇ ਜਿੰਨੀਆਂ ਵੀ ਸੰਗਤਾਂ ਸਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਬਹੁਤ-ਬਹੁਤ ਧੰਨਵਾਦ ਸਰਬਜੀਤ ਜੀ, ਬਹੁਤ-ਬਹੁਤ ਧੰਨਵਾਦ ਪਰਮਿੰਦਰ ਸਿੰਘ ਢਿੰਗਰਾ ਜੀ, ਤੁਸੀਂ ਸਾਡੇ ਨਾਲ ਜੁੜੇ। ਤੇ ਆਖਿਰਲੀ ਕੀ ਮਸਲਾ ਹੈ, ਕੀ ਗੁਰਦੁਆਰਾ ਐਕਟ ਹੈ, ਕੀ ਵਿਵਾਦ ਸੀਗਾ, ਕਿ ਸੁਪਰੀਮ ਕੋਰਟ ਨੇ ਕੀ ਕਿਹਾ ਤੇ ਇਸ ਵਿੱਚ ਕੀ ਕੁਝ ਹੋ ਸਕਦਾ, ਉਹ ਸਾਰੀ ਚੀਜ਼ਾਂ ਬਾਰੇ ਜਿਹੜੀ ਸਿੱਖ ਸੰਗਤ ਬੈਠੇ ਨੇ, ਜਿਹੜੇ ਕਿ ਇੰਤਜ਼ਾਰ ਕਰ ਰਹੇ ਨੇ ਕਿ ਆਖਿਰ ਇਸ ਮਸਲੇ ਦਾ ਕੀ ਹੱਲ ਨਿਕਲੇਗਾ। ਕਿਉਂਕਿ ਸੁਪਰੀਮ ਕੋਰਟ ਨੇ ਇੱਕ ਫੈਸਲਾ ਤਾਂ ਦਿੱਤਾ ਲੇਕਿਨ ਉਸ ਤੋਂ ਬਾਅਦ ਅਸਲ ਮਸਲਾ ਸ਼ੁਰੂ ਹੋਇਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿਚਕਾਰ, SGPC ਵਿਚਕਾਰ, ਕਿਉਂਕਿ ਲੋਕਾਂ ਨੂੰ ਨਹੀਂ ਸਮਝ ਆਇਆ ਕਿ ਆਖਿਰ ਵਿਵਾਦ ਇੰਨਾ ਜ਼ਿਆਦਾ ਕਿਉਂ बढ़ ਗਿਆ। ਲੇਕਿਨ ਸੁਪਰੀਮ ਕੋਰਟ ਦੇ ਫੈਸਲੇ ਨੂੰ ਅੱਜ ਰੱਦ ਕਰ ਦਿੱਤਾ। SGPC ਦੀ ਜਿਹੜੀ ਇੱਕ ਮੀਟਿੰਗ ਹੋਈ 30 ਸਤੰਬਰ ਨੂੰ ਇਜਲਾਸ ਜਿਹੜਾ ਬੁਲਾਇਆ ਗਿਆ ਹੈ। ਖਾਸ ਕਰ ਜਿਹੜੇ ਇਲਜ਼ਾਮ ਹਮੇਸ਼ਾ SGPC ਤੇ ਇਹ ਲੱਗਦੇ ਆਏ ਨੇ ਕਿ ਉਹਨਾਂ ਨੂੰ ਅਕਾਲੀ ਦਲ ਕੰਟਰੋਲ ਕਰਦਾ ਆਇਆ ਹੈ। ਇਸੇ ਨੂੰ ਲੈ ਕੇ ਹਰਿਆਣਾ ਦੇ ਵਿੱਚ ਵੀ ਇਹ ਆਰੋਪ ਲਗਾਏ ਗਏ ਸੀ ਕਿ ਕਾਫੀ ਜ਼ਿਆਦਾ ਜਿਹੜੇ ਉੱਥੇ ਗੁਰਦੁਆਰੇ ਨੇ ਉਹਨਾਂ ਨੂੰ ਕੰਟਰੋਲ SGPC ਜ਼ਰੂਰ ਕਰਦਾ ਹੈ ਲੇਕਿਨ ਉਸ ਵਿੱਚ ਇਨਵੋਲਵਮੈਂਟ ਕਿਤੇ ਨਾ ਕਿਤੇ ਅਕਾਲੀ ਦਲ ਦੀ ਜ਼ਰੂਰ ਰਹੀ ਹੈ। ਤੇ ਇਸ ਬਾਰੇ ਸਰਬਜੀਤ ਸਿੰਘ ਜਿਹੜੇ ਕਿ ਸਕੱਤਰ ਸੀਗੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਦੱਸਿਆ ਕਿ ਅੱਗੇ ਕੀ ਰੂਪਰੇਖਾ ਰਹਿਣ ਵਾਲੀ ਹੈ ਹਰਿਆਣਾ
ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ। ਫਿਲਹਾਲ ਜਿਹੜੇ ਆਦੇਸ਼ ਹੈ ਉਹ ਦੇ ਦਿੱਤੇ ਗਏ ਨੇ ਗੁਰਦੁਆਰਿਆਂ ਨੂੰ ਕਿ SGPC ਦੇ ਨਾਲ ਹੁਣ ਕਿਸੇ ਤਰੀਕੇ ਦੇ ਨਾਲ ਲੈਣ ਦੇਣ ਨਹੀਂ ਹੋਏਗਾ, ਕਿਉਂਕਿ ਵੈਲਿਡ ਕਮੇਟੀ ਬਣਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜਾ ਹਰਿਆਣਾ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੇ ਕੋਲ 4 ਗੁਰਦੁਆਰੇ ਨੇ। ਟੋਟਲ ਜਿਹੜੇ ਗੁਰਦੁਆਰੇ ਹਰਿਆਣਾ ਦੇ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਗੱਲ ਕੀਤੀ ਜਾਏ ਤੇ 52 ਗੁਰਦੁਆਰੇ ਨੇ, ਤੇ ਉਹਨਾਂ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਰੂਪਰੇਖਾ ਚੱਲਣੀ ਹੈ ਉਹ ਤਾਂ ਜਿਹੜੀ ਵਿਚਾਰ ਚਰਚਾ ਹੋਏਗੀ ਉਸ ਦੇ ਨਾਲ ਹੀ ਜਿਹੜਾ ਹੈ ਹੱਲ ਕੱਢਿਆ ਜਾਏਗਾ। ਲੇਕਿਨ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਮਿਲ ਬਾਂਟ ਕੇ ਜਿਹੜਾ ਹੈ ਮਿਲ ਬਹਿ ਕੇ ਜਿਹੜੀ ਗੱਲਬਾਤ ਕਰਨਗੇ ਤੇ ਕਿਤੇ ਕਿਸੇ ਨਾ ਕਿਸੇ ਨਤੀਜੇ ਤੇ ਜ਼ਰੂਰ ਪਹੁੰਚਣਗੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਸੰਗਤਾਂ ਨੂੰ ਜੋੜਨ ਦੀ ਲੋੜ ਹੈ। ਸਿੱਖ ਜਿਹੜਾ ਫੈਸਲਾ ਹੈ ਇਸ ਦੇ ਨਾਲ ਜਿਹੜੇ ਸਿੱਖ ਨਹੀਂ ਟੁੱਟ ਰਹੇ ਜਾਂ ਫਿਰ ਅਜਿਹਾ ਨਹੀਂ ਹੈ ਕਿ ਇੱਕ ਦੂਜੇ ਦੇ ਖਿਲਾਫ ਉਹ ਬੋਲ ਰਹੇ ਹੈ, ਤੇ ਇਸ ਚੀਜ਼ ਦੇ ਵਿੱਚ ਜਿਹੜੀ ਇਕਜੁੱਟਤਾ ਬੇहद ਜ਼ਿਆਦਾ ਹੋਣੀ ਜ਼ਰੂਰੀ ਹੈ, ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਚਾਹੇ ਉਹ ਹਰਿਆਣਾ ਦੇ ਵਿੱਚ ਹੋਵੇ। ਤੇ ਫਿਲਹਾਲ ਇਹ ਮੁੱਦਾ ਹੈ ਜਿਹੜਾ ਚੱਲ ਵੀ ਰਿਹਾ, ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮੁੱਦੇ ਦਾ ਆਖੇ ਕੀ ਹੱਲ ਨਿਕਲਦਾ ਹੈ। ਤੇ ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ, ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।